ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਅਲਾਣੀਆਂ ਜਿਹੜੀਆਂ ਹੈਗੀਆਂ ਵਡਹੰਸ ਰਾਗ ਦੇ ਵਿੱਚ, ਉਸ ਤੋਂ ਬਾਅਦ ਜਿਹੜਾ ਹੈਗਾ ਗਿਆਨ ਲੈ ਰਹੇ। ਬਈ ਅਲਾਣੀਆਂ ਤੋਂ ਬਾਅਦ ਮਹਾਰਾਜ ਕਹਿੰਦੇ ਆ ਜਿਹਨੂੰ ਚੇਤੇ ਹੈਗਾ, ਜਿਹਨੂੰ ਆਪਣੀ ਮੌਤ ਚੇਤੇ ਹੈਗੀ, ਜਿਹਨੂੰ ਪਤਾ ਹੈਗਾ ਵੀ ਮੈਂ ਸੰਸਾਰ ਦੇ ਵਿੱਚ ਆਇਆ ਹਾਂ ਅਤੇ ਮੇਰੇ ਕੋਲ ਜਿਹੜਾ ਹੈਗਾ ਨਿਰਧਾਰਿਤ ਸਮਾਂ ਹੈਗਾ। ਮੈਂ ਇਸ ਜਿਹੜਾ ਮਨੁੱਖੀ ਜਾਮੇ ਦੇ ਵਿੱਚ, ਮਨੁੱਖੀ ਸਰੀਰ ਦੇ ਵਿੱਚ, ਮਨੁੱਖੀ ਜਿਹੜਾ ਹੈਗਾ ਆਪਾਂ ਨੂੰ ਇਹ ਮਾਲਕ ਵੱਲੋਂ ਜਿਹੜਾ ਹੈਗਾ ਇਹ ਸਰੀਰ ਮਿਲਿਆ ਆ, ਇਹਨੂੰ ਮੈਂ ਹਮੇਸ਼ਾ ਵਾਸਤੇ ਰਿਟੇਨ ਨਹੀਂ ਕਰ ਸਕਦਾ। ਇਹ ਮੈਨੂੰ ਨਿਰਧਾਰਿਤ ਬਿਲਕੁਲ ਜਿਹੜਾ ਹੈਗਾ ਸਵਾਸ ਪੂਰੇ ਖਿੱਚ ਕੇ ਮਿਲੇ ਹੋਏ ਆ। ਇੱਕ ਵੀ ਸਵਾਸ ਜਿਹੜਾ ਹੈਗਾ ਆਪਾਂ ਨਹੀਂ ਲੈ ਸਕਦੇ ਵਾਧੂ। ਇਸ ਕਰਕੇ ਇਹ ਆਪਾਂ ਨੂੰ ਜਿਹੜਾ ਹੈਗਾ ਪੂਰਾ ਦਾ ਪੂਰਾ ਸਮਾਂ ਇਹ ਆਪਾਂ ਸਾਰੀਆਂ ਉਸ ਮਾਲਕ ਪਰਮਾਤਮਾ ਦੀਆਂ ਮਹੇਲੀਆਂ ਹੈਗੀਆਂ। ਮਹੇਲੀਆਂ ਕਹਿੰਦੇ ਆ ਜਿਹੜੀਆਂ ਕਿ ਮਾਲਕ ਪਰਮਾਤਮਾ ਦੇ ਮਹਿਲ ਕਹਿੰਦੇ ਆ। ਉਹ ਜਿਹੜੇ ਹੈਗੇ, ਜਿਹੜੇ ਕਹਿੰਦੇ ਗੁਰੂ ਸਾਹਿਬ ਦੇ ਮਹਿਲ, ਉਹਨਾਂ ਦੇ ਘਰੋਂ ਆਪਾਂ ਉਹ ਮਾਲਕ ਪਰਮਾਤਮਾ ਪਤੀ ਹੈਗਾ, ਆਪਾਂ ਜੀਵ ਇਸਤਰੀਆਂ ਹੈਗੀਆਂ। ਇਹ ਚਾਂਸ ਮਿਲਿਆ ਹੈ ਆਪਾਂ ਨੂੰ, ਸੁਨਹਿਰੀ ਅਵਸਰ ਮਿਲਿਆ ਆ ਕਿ ਆਪਾਂ ਮਾਲਕ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰ ਸਕੀਏ ਪਰਮਾਨੈਂਟਲੀ, ਹਮੇਸ਼ਾ ਵਾਸਤੇ। ਮਾਲਕ ਦਾ ਸਾਥ, ਮਾਲਕ ਨੇ ਜਿਹੜੀ ਖੇਡ ਪਾਈ ਆ, ਇਹਨੂੰ ਖੇਡ ਨੂੰ ਆਪਾਂ ਜਿੱਤ ਸਕੀਏ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਆ, ਇਹ ਮਾਲਕ ਨੇ ਜਿਹੜੇ ਆ ਇਹੀ ਗੇਮ ਪਾਈ ਆ। ਆ ਦੁਨੀਆ ਦੇ ਪਦਾਰਥ, ਸਵਾਦ, ਇਹ ਸਾਰਾ ਜਿਹੜਾ ਹੈਗਾ ਉਹ ਖੇਡ ਦੇ ਹਿੱਸੇ ਹੈਗੇ। ਇਸ ਖੇਡ ਨੂੰ ਆਪਾਂ ਨੇ ਜਿੱਤਣਾ ਹੈਗਾ। ਇੱਕ ਨਾ ਮਾਈਕ ਬੰਦ ਕਰ ਦੇਣਾ ਜੀ ਕਿਸੇ ਦਾ। ਇੱਕ ਸੈਕਿੰਡ ਮੈਂ ਦੇਖ ਲੈਣਾ, ਮੈਂ ਹੀ ਕਰ ਦੇਣਾ ਜੀ ਕਿਹਦਾ ਹੈਗਾ। ਹਾਂਜੀ ਬੰਦ ਹੀ ਹੈ ਜੀ ਸਾਰਿਆਂ ਦੇ। ਹਾਂਜੀ ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਨੂੰ ਕਹਿੰਦੇ ਜਿਹਨੂੰ ਫਿਰ ਮੌਤ ਚੇਤੇ ਹੈਗਾ, ਮੌਤ ਚੇਤੇ ਹੈਗੀ ਅਤੇ ਉਹ ਕੀ ਕਰੇਗਾ, ਉਹ ਜਿਹੜਾ ਹੈਗਾ ਉਸ ਤੋਂ ਅੱਗੇ ਆ ਮਹਾਰਾਜ ਗਿਆਨ ਦੇ ਰਹੇ। ਵਡਹੰਸ ਮਹੱਲਾ ਤੀਜਾ ਦੁਬਾਰਾ ਲਿਖਿਆ ਅੱਖਰਾਂ ਦੇ ਵਿੱਚ। ਇਹ 3 ਨਹੀਂ ਪੜ੍ਹਨਾ, ਤੀਜਾ ਬੋਲਣਾ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਪ੍ਰਭ ਸਚੜਾ ਹਰ ਸਲਾਹੀ ਹੈ, ਕਾਰਜ ਸਭ ਕਿਛ ਕਰਨੇ ਜੋ। ਕਹਿੰਦੇ ਦੇ ਹੁਣ ਤੈਨੂੰ ਪਤਾ ਹੈ ਵੀ ਤੈਨੂੰ ਪਤਾ ਲੱਗ ਗਿਆ ਵੀ ਆਹ ਕੰਮ ਕਰਨਾ ਹੈ। ਮੈਂ ਬਹੁਤ ਖਿੱਚਵਾਂ ਸਮਾਂ ਹੈ ਮੇਰੇ ਕੋਲ, ਬਹੁਤ ਖਿੱਚਵਾਂ ਸਮਾਂ ਹੈ। ਸਵਾਸ ਜਿਹੜੇ ਇੱਕ ਸਵਾਸ ਦੀ ਬਹੁਤ ਕੀਮਤ ਹੈਗੀ। ਅਤੇ ਇਸ ਕਰਕੇ ਉਸ ਮਾਲਕ ਪਰਮਾਤਮਾ ਨੂੰ ਸਲਾਹੀਏ, ਉਹ ਸੱਚੇ ਨੂੰ। ਸੱਚਾ ਕਿਹਨੂੰ ਕਹਿੰਦੇ? ਜਿਹੜਾ ਕਿ ਹਮੇਸ਼ਾ ਰਹਿਣ ਵਾਲਾ ਹੈ। ਉਹ ਮਾਲਕ ਪਰਮਾਤਮਾ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ, ਉਹਨੂੰ ਕਹਿੰਦੇ ਸੱਚ। ਸੱਚ ਉਹ ਹੈਗਾ ਜਿਹੜਾ ਹਮੇਸ਼ਾ, ਜਿਹੜੀ ਚੀਜ਼ ਹਮੇਸ਼ਾ ਹੈਗੀ ਉਹ ਸੱਚ ਆ। ਬਾਕੀ ਜਿਹੜੀ ਚੀਜ਼ ਬਿਨਸਨਹਾਰ ਹੈ ਉਹ ਸੱਚ ਨਹੀਂ ਹੋ ਸਕਦੀ। ਜਿਹੜੀ ਕਾਲ ਦੇ ਵਿੱਚ ਹੈ, ਟਾਈਮ ਬਾਉਂਡ ਹੈਗੀ ਜਿਹੜੀ ਚੀਜ਼, ਉਹ ਸੱਚ ਨਹੀਂ ਹੋਏਗੀ, ਉਹ ਬਦਲ ਜਾਏਗੀ। ਪ੍ਰਭ ਸਚੜਾ ਹਰ ਸਲਾਹੀ ਹੈ, ਕਾਰਜ ਸਭ ਕਿਛ ਕਰਨੇ ਜੋ। ਉਸ ਮਾਲਕ ਪਰਮਾਤਮਾ ਦੀ ਭਗਤੀ ਕਰਨੀ ਹੈ। ਉਹ ਹਮੇਸ਼ਾ ਰਹਿਣ ਵਾਲੇ ਮਾਲਕ ਪਰਮਾਤਮਾ ਦੀ ਭਗਤੀ ਕਰਨੀ ਹੈ। ਆਪਾਂ ਵੀ ਜਿਹੜੇ ਹੈਗੇ ਉਸ ਦਾ ਅੰਸ਼ ਹੈਗੇ ਆ। ਆਪਾਂ ਜਿਹੜੇ ਹੈਗੇ ਆ ਇਹ ਕਾਰਨ ਸਰੀਰ ਆਪਣੇ ਉੱਤੇ ਜੈਸਾ ਚੜ੍ਹ ਗਿਆ ਆਪਣੀ ਆਤਮਾ ਦੇ ਉੱਤੇ ਕਿ ਬਸ ਇਹ ਆਪਾਂ ਨੂੰ ਜਿਹੜਾ ਹੈਗਾ ਇਹਨੂੰ ਭੇਡੂ ਬਣਾਤਾ। ਆਪਾਂ ਜਿਹੜੇ ਹੈਗੇ ਸ਼ੇਰ ਹੈਗੇ ਆ, ਇਹਨੇ ਆਪਾਂ ਨੂੰ ਭੇਡ ਬਣਾਤਾ। ਭੇਡਾਂ ਦੇ ਵਿੱਚ ਰਲ ਗਏ ਆਪਾਂ ਸਮਝਦੇ ਹਾਂ ਵੀ ਅਸੀਂ ਸਿਰਫ ਸਰੀਰ ਹੈਗੇ, ਔਰ ਸਰੀਰ ਨੂੰ ਹੀ ਫੀਡ ਕਰੀ ਜਾ ਰਹੇ ਬਸ। ਔਰ ਮਾਲਕ ਪਰਮਾਤਮਾ ਨੇ ਜੋ ਆਪਾਂ ਨੂੰ ਪਰਿਵਾਰ, ਗ੍ਰਸਤੀ, ਬੱਚੇ ਦਿੱਤੇ ਆ, ਉਹ ਆਪਾਂ ਨੂੰ ਮਾਲਕ, ਉਹ ਵੀ ਆਪਣੇ ਵਾਂਗੂ ਯਾਤਰਾ ਦੇ ਉੱਤੇ ਆ। ਉਹ ਵੀ ਮਾਲਕ ਪਰਮਾਤਮਾ ਦਾ ਅੰਸ਼ ਹੈਗੇ। ਉਹ ਵੀ ਸਾਡੇ ਵਾਂਗੂ ਜਿਹੜੇ ਹੈਗੇ ਸ਼ੇਰ ਹੈਗੇ ਆ।
ਸਾਰੇ ਆਪੋ ਆਪਣੀ ਯਾਤਰਾ ਦੇ ਉੱਤੇ ਆਏ ਆ। ਆਪਾਂ ਜਿਹੜੇ ਹੈਗੇ ਉਹਨਾਂ ਨੂੰ ਹੀ ਸਮਝ ਲੈਂਦੇ ਆ ਵੀ ਆ ਮੇਰੇ ਮਾਂ ਪਿਓ, ਮੇਰੇ ਬੱਚੇ, ਮੇਰੇ ਭੈਣ ਭਰਾ, ਮੇਰੇ ਸਗੇ ਸੰਬੰਧੀ, ਔਰ ਉਹ ਜਿਹੜੇ ਹੈਗੇ ਉਹਨਾਂ ਦੇ ਅੰਦਰ ਸਿਰਫ ਜੋਤ ਹੈ। ਜਿਵੇਂ ਆਪਣੇ ਅੰਦਰ ਜੋਤ ਆ ਉਵੇਂ ਹੀ ਉਹਨਾਂ ਦੇ ਅੰਦਰ ਜੋਤ ਹੈਗੀ। ਬਸ ਆਹ ਚੀਜ਼ ਜਿਹੜੀ ਹੈ, ਇਸ ਕਰ ਜੇ ਆਹ ਚੀਜ਼ ਆਪਾਂ ਨੂੰ ਪਤਾ ਲੱਗ ਜੇ ਸਾਰਿਆਂ ਦੇ ਵਿੱਚੋਂ ਮਾਲਕ ਪਰਮਾਤਮਾ ਹੈਗਾ ਤੇ ਫਿਰ ਜਿਹੜਾ ਹੈਗਾ ਕਿਉਂ ਨਹੀਂ ਆਪਾਂ ਜਿਹੜੇ ਹੈਗੇ ਉਸ ਮਾਲਕ ਪਰਮਾਤਮਾ ਦੇ ਨਾਲ ਪ੍ਰਤੀ ਜਿਹੜੇ ਹੈਗੇ ਪੂਰੀ ਤਰ੍ਹਾਂ ਆਪਾਂ ਸਮਰਪਿਤ ਹੋ ਜਾਵਾਂਗੇ, ਟੋਟਲੀ ਸਮਰਪਿਤ ਹੋ ਜਾਵਾਂਗੇ। ਆਹੀ ਰਹਿਤ ਮਰਿਆਦਾ ਹੈ। ਸੰਤ ਰਹਿਤ ਸੁਨੋ ਮੇਰੇ ਮੀਤ, ਇਸ ਤਰ੍ਹਾਂ ਦਾ ਸ਼ਬਦ ਆਉਂਦਾ ਹੈ, ਲਵਾਂਗੇ ਆਪਾਂ। ਉਹਦੇ ਵਿੱਚ ਪੂਰੀ ਰਹਿਤ ਦੱਸੀ ਗਈ ਹੈ ਆਪਾਂ ਨੂੰ। ਪ੍ਰਭ ਸੱਚੜਾ ਹਰ ਸਲਾਹੀ ਹੈ, ਕਾਰਜ ਸਭ ਕਿਛ ਕਰਨੇ ਜੋਗ। ਕਹਿੰਦੇ ਸਾਰਾ ਕੁਛ ਕਰਨ ਯੋਗ ਹੈ ਉਹ ਮਾਲਕ ਪਰਮਾਤਮਾ, ਸਾਰੇ ਤੇਰੇ ਕਾਰਜ ਸਵਾਰਨ ਯੋਗ ਹੈ, ਕਿਉਂਕਿ ਉਹ ਮਾਲਕ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਹੈ ਔਰ ਉਸੇ ਨੇ ਤਾਂ ਆਪਾਂ ਨੂੰ ਬਣਾਇਆ, ਉਸੇ ਨੇ ਸੰਸਾਰ ਸਾਰਾ ਬਣਾਇਆ ਜਿਹਨੂੰ ਆਪਾਂ ਸੱਚ ਸਮਝ ਰਹੇ ਹਾਂ। ਪ੍ਰਭ ਸੱਚੜਾ ਹਰ ਸਲਾਹੀ ਹੈ, ਕਾਰਜ ਸਭ ਕੁਛ ਕਰਨੇ ਯੋਗ। ਔਰ ਸੰਸਾਰ ਜੋ ਕੁਛ ਹੈ ਇਹ ਸਿਰਫ ਸ਼ਕਤੀ ਹੈ ਮਾਲਕ ਪਰਮਾਤਮਾ ਦੀ। ਉਸ ਮਾਲਕ ਪਰਮਾਤਮਾ ਦੀ ਸ਼ਕਤੀ ਹੈ, ਮਾਇਆ ਹੈਗੀ। ਸ਼ਕਤੀ ਦੇ ਦੁਆਰਾ ਮਾਲਕ ਨੇ ਜਿਹੜੀ ਗੇਮ ਪਾਈ ਹੋਈ ਹੈ, ਇਹ ਖੇਡ ਬਣਾਈ ਹੋਈ ਹੈ। ਇਹ ਖੇਡ ਨੂੰ ਮਾਲਕ ਦੇਖ ਰਿਹਾ ਹੈ, ਆਪ ਖੇਡ ਰਿਹਾ ਹੈ ਮਾਲਕ ਪਰਮਾਤਮਾ। ਉਹਦੇ ਕੁਛ ਨਿਯਮ ਹੈਗੇ, ਸੱਚੇ ਨਿਯਮ ਹੈਗੇ ਮਾਲਕ ਪਰਮਾਤਮਾ ਦੇ। ਉਹਨੇ ਖੇਡ ਬਣਾਈ ਹੈ। ਨਿਕਲਣ ਦਾ ਜਿਹੜਾ ਰਸਤਾ ਉਹਨੇ ਮਹਿਲ ਬਣਾਇਆ ਹੈ ਸੰਸਾਰ, ਇਹਦੇ ਵਿੱਚੋਂ ਨਿਕਲਣ ਦਾ ਜਿਹੜਾ ਰਸਤਾ ਰੱਖਿਆ ਮਾਲਕ ਨੇ, ਉਸੇ ਰਸਤੇ ਤੋਂ ਨਿਕਲ ਸਕਦੇ ਹਾਂ। ਹੋਰ ਕੋਈ ਰਸਤਾ ਨਾ ਆਪਾਂ ਨਾ ਬਣਾ ਸਕਦੇ ਹਾਂ, ਨਾ ਕੋਈ ਹੋਰ ਬਣਾ ਸਕਦਾ ਹੈ। ਪ੍ਰਭ ਸੱਚੜਾ ਹਰ ਸਲਾਹੀ ਹੈ, ਕਾਰਜ ਸਭ ਕਿਛ ਕਰਨੇ ਜੋਗ। ਸਾ ਤਨ ਰੰਡ ਨਾ ਕਭੂ ਵੈਸੀ, ਨਾ ਕਦੇ ਹੋਵੇ ਸੋਗ। ਦੇਖ ਲਓ, ਆਪਾਂ ਸਾਰੀਆਂ ਰੰਡੀਆਂ ਹੈਗੀਆਂ, ਆਪਾਂ ਸੁਹਾਗਣ ਹੋਣਾ ਹੈ। ਉਹ ਕਹਿੰਦੇ ਕਦੀ ਵੀ ਰੰਡੀ ਨਹੀਂ ਹੋਏਗੀ ਤੂੰ। ਸਾ ਧਨ ਜੀਵ ਇਸਤਰੀ ਰੰਡ ਨਾ ਕਭੂ ਵੈਸੀ, ਕਦੇ ਵੀ ਨਹੀਂ ਤੂੰ ਜਿਹੜੀ ਪਤੀ ਪਰਮਾਤਮਾ ਤੋਂ ਵਿਛੜੇਂਗੀ। ਨਾ ਕਦੇ ਹੋਵੇ ਸੋਗ, ਔਰ ਤੈਨੂੰ ਕਦੀ ਵੀ ਵਿਛੋੜੇ ਦਾ ਸੋਗ ਨਹੀਂ ਹੋਏਗਾ। ਤੈਨੂੰ ਆ ਦੁੱਖ ਤਕਲੀਫ, ਜਨਮ ਮਰਨ ਔਰ ਜਿਹੜਾ ਹੈਗਾ ਕਾਲ 84 ਲੱਖ ਜੂਨਾ, ਇਹਨਾਂ ਦੇ ਵਿੱਚ ਭਟਕਣਾ, ਕਹਿੰਦੇ ਕਦੀ ਵੀ ਨਹੀਂ ਹੋਏਗਾ। ਨਾ ਕਦੇ ਹੋਵੇ ਸੋਗ, ਅਨਦਿਨ ਰਸ ਭੋਗ। ਸਾਧਨ ਮਹਿਲੇ ਸਮਾਣੀ। ਆ ਲਓ, ਦੇਖ ਲਓ ਭਾਈ, ਆਹ ਕਾਰਵਾਈ ਵਾਸਤੇ ਹੈ। ਦੇਖ ਲਓ, ਜਿਹਨੂੰ ਮੌਤ ਚੇਤੇ ਹੈ, ਜਿਹਨੂੰ ਪਤਾ ਹੈ ਵੀ ਮੈਂ ਮਾਲਕ ਪਰਮਾਤਮਾ ਮੇਰੇ ਪਤੀ ਤੋਂ ਵਿਛੜੀ ਹੋਈ ਹਾਂ, ਉਹਦੇ ਨਾਲ ਮਿਲਣਾ ਹੈਗਾ ਮੈਂ, ਤੇ ਫਿਰ ਕੀ ਕਰੇਗੀ? ਫਿਰ ਉਹ ਜਿਹੜੀ ਹੈਗੀ ਇਹਦੇ ਵਾਸਤੇ ਜਿਹੜਾ ਹੈਗਾ ਸਮਰਪਿਤ ਹੋ ਜਾਏਗੀ। ਉਹਨੂੰ ਫਿਰ ਕਦੀ ਵੀ ਉਹ ਨਾ ਕਦੇ ਹੋਵੇ ਸੋਗ, ਅਨਦਿਨ ਰਸ ਭੋਗ। ਦੇਖੋ, ਕਦੀ ਸੋਗ ਨਹੀਂ ਹੋਏਗਾ ਔਰ ਰਸ ਭੋਗ ਅਨਦਿਨ ਹੋਣਗੇ। ਹੁਣ ਰਸ ਭੋਗ ਦੇਖ ਲਓ, ਆਪਾਂ ਦੁਨੀਆ ਦੇ ਪਦਾਰਥ, ਦੁਨੀਆ ਦੇ ਰਸ-ਕਸ, ਇਹ ਕਾਮ ਦਾ ਸਭ ਤੋਂ ਉੱਪਰ ਰਸ ਆ। ਇਹ ਦੇਖ ਲਓ, ਇਹਨਾਂ ਦੇ ਵਿੱਚ ਜਿਹੜੇ ਹੈਗੇ ਮਾਲਕ ਨੇ ਸਿਰਫ ਟਰੈਪ ਪਾਇਆ ਹੋਇਆ। ਇਹ ਸਿਰਫ ਜਿਹੜਾ ਹੈਗਾ ਮੱਛੀ ਦੇ ਮੂੰਹ ਦੇ ਵਿੱਚ ਗੰਡੋਇਆ ਪਾਇਆ ਮਾਲਕ ਪਰਮਾਤਮਾ ਨੇ। ਇਸ ਗੰਡੋਏ ਦੇ ਨਾਲ, ਇਸ ਰਸਾਂ ਦੇ ਨਾਲ ਆਪਾਂ ਕਿੰਨਾ ਜ਼ਿਆਦਾ ਇਹਦੇ ਨਾਲ ਅਟਰੈਕਟ ਹੋ ਜਾਂਦੇ ਹਾਂ ਔਰ ਛੱਡਣ 'ਚ ਨਹੀਂ ਆਉਂਦੇ। ਅਤੇ ਉਸ ਮਾਲਕ ਪਰਮਾਤਮਾ ਦੇ ਜਿਹੜੇ ਹੈਗੇ ਐਕਚੁਅਲ ਰਸ ਕੀ ਹੈਗਾ ਉਹਦੀ ਜਿਹੜੀ ਹੈਗੀ ਆ, ਉਹਦੀ ਤਾਂ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ। ਆਹ ਤਾਂ ਚੂਸੀ ਹੋਈ ਗੰਡੇਰੀ, ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ, ਜਿਵੇਂ ਕੋਈ ਚੂਸ ਕੇ ਗੰਡੇਰੀ ਸੁੱਟੀ ਉਹਨੂੰ ਮੂੰਹ 'ਚ ਪਾ ਲਈਏ, ਅਤੇ ਉਹਨੂੰ ਨਹੀਂ ਆਪਾਂ ਛੱਡ ਪਾ ਰਹੇ। ਅਤੇ ਐਕਚੁਅਲ ਜਿਹੜਾ ਹੈਗਾ ਅਸਲੀ ਮਾਲਕ ਪਰਮਾਤਮਾ ਦੇ ਰਸ ਉਹ ਕਿਹੋ ਜਿਹੇ ਹੋਣਗੇ, ਉਹਦੀ ਤਾਂ ਕਲਪਨਾ ਵੀ ਨਹੀਂ ਕਰ ਸਕਦੇ ਆਪਾਂ। ਨਾ ਕਦੇ ਹੋਵੇ ਸੋਗ, ਅਨਦਿਨ ਰਸ ਭੋਗ। ਸਾਧਨ ਮਹਿਲੇ ਸਮਾਣੀ। ਉਹ ਜੀਵ ਇਸਤਰੀ ਜਿਹੜੀ ਗਤੀ ਕਰੇਗੀ ਅਤੇ ਉਹ ਫਿਰ ਮਹਿਲ ਦੇ ਵਿੱਚ ਸਮਾ ਜਾਏਗੀ। ਬਿਲਕੁਲ ਕ੍ਰਿਸਟਲ ਕਲੀਅਰ, ਬਿਲਕੁਲ ਯੂਨੀਵਰਸਲ, ਬਿਲਕੁਲ ਇੱਕ ਨਿਯਮ, ਸਾਰਿਆਂ ਦੇ ਵਾਸਤੇ ਨਿਯਮ ਬਰਾਬਰ ਹੈਗਾ। ਜਿਹੜਾ ਵੀ ਮਨੁੱਖ ਜੂਨ 'ਚ ਆਇਆ ਉਹਨੂੰ ਚਾਂਸ ਹੈਗਾ। ਬਾਕੀ 84 ਲੱਖ ਜੂਨਾਂ ਹੈਗੀਆਂ, ਔਰ 84 ਲੱਖ ਜੂਨਾਂ ਦੇ ਵਿੱਚ ਦੇਖ ਲਓ ਵੀ ਕਿੰਨੇ ਜਿਹੜੀ ਤਾਦਾਦ ਜਿਹੜੀ ਹੈਗੀ ਆ, ਕਿੰਨੀਆਂ ਕੁ ਆਤਮਾ ਹੈਗੀਆਂ। ਔਰ ਮਨੁੱਖ ਜੂਨ ਜਿਹੜੀ ਹੈ 1% ਵੀ ਨਹੀਂ ਹੈ, 1% ਵੀ ਨਹੀਂ ਹੈ ਮਨੁੱਖ ਜੂਨ। 84 ਲੱਖ ਜੂਨਾਂ ਸਾਰਾ ਟੋਟਲ ਆਪਾਂ ਕਰ ਹੀ ਨਹੀਂ ਸਕਦੇ। ਦੇਖ ਲਓ ਉਹਦੇ ਵਿੱਚ ਮਨੁੱਖ ਕਿੰਨੇ ਕੁ ਹੈਗੇ ਭਾਈ, ਕਿੰਨਾ ਰੇਅਰ, ਕਿੰਨੀ ਗੇਮ ਜਿਹੜੀ ਹੈ ਫਸਵੀਂ ਹੈਗੀ, ਕਿੰਨੀ ਹਾਰਡ ਗੇਮ ਪਾਈ ਹੈ ਮਾਲਕ ਪਰਮਾਤਮਾ ਨੇ।
ਇਹ ਮਨੁੱਖ ਜੂਨ ਜਿਹਨੂੰ ਆਪਾਂ ਵੇਸਟ ਕਰ ਰਹੇ ਹਾਂ, ਕਿੰਨੀ ਕੁ ਜਿਹੜੀ ਹੈ ਕੀਮਤ ਹੈ ਇਹਦੀ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਰਹਿਣ ਗਵਾਈ ਸੋ ਇੱਕ ਹੈ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਦੇਖ ਲਓ, ਬਿਲਕੁਲ ਇਸੇ ਤਰੀਕੇ ਦੇ ਨਾਲ ਹੁੰਦਾ ਹੈ। ਦਿਨ ਪੂਰਾ ਖਾਣ ਦੇ ਵਿੱਚ ਚਲੇ ਜਾਂਦਾ ਹੈ, ਸਵਾਦਾਂ ਦੇ ਵਿੱਚ ਚਲੇ ਜਾਂਦਾ ਹੈ, ਔਰ ਰਾਤ ਜਿਹੜੀ ਸੌਂ ਕੇ ਨਿਕਲ ਜਾਂਦੀ ਹੈ। ਦੇਖ ਲਓ, ਬਿਲਕੁਲ ਆਪਣੇ ਉੱਤੇ ਟੁਕਾ ਲਓ, ਬਿਲਕੁਲ ਆਪਾਂ ਨੂੰ ਲੱਗੂਗਾ ਬਈ ਇਹ ਬਾਣੀ ਜਿਹੜੀ ਹੈ ਮੈਨੂੰ ਹੀ ਕਹਿ ਰਹੀ ਹੈ। ਔਰ ਕਬੀਰ ਜੀ ਕਹਿੰਦੇ ਸਵਾਦ ਸਨਾਹ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਸਵਾਦ ਸਨਾਹ ਕਹਿੰਦੇ ਐਸੀ ਸਨਾਹ ਹੈਗੀ, ਐਸੀ ਮਾਇਆ ਦੀ ਜਿਹੜੀ ਹੈਗੀ, ਮਾਇਆ ਨੇ ਤੈਨੂੰ ਜਕੜ ਕੇ ਰੱਖਿਆ ਹੋਇਆ ਸਵਾਦਾਂ ਦੇ ਵਿੱਚ। ਨਹੀਂ, ਤੈਨੂੰ ਇਹ ਅਧਿਆਤਮਿਕ ਰਸਤੇ 'ਤੇ ਪਰਮਾਤਮਾ ਵੱਲ ਨੂੰ, ਮਾਲਕ ਦੇ ਮਹਿਲ ਵੱਲ ਨੂੰ ਨਹੀਂ ਉਹਨੇ ਯਾਤਰਾ ਕਰਨ ਦੇਣੀ ਜਦ ਤੱਕ ਤੂੰ ਸਵਾਦਾਂ ਦੇ ਉੱਤੇ ਨਹੀਂ ਕੰਟਰੋਲ ਕਰਦਾ। ਸਵਾਦ ਸਨਾਹ ਟੋਪ ਮਮਤਾ ਕੋ, ਤੂੰ ਟੋਪਾ ਜਿਹੜਾ ਹੈਗਾ ਮਮਤਾ ਦਾ ਲਿਆ ਹੋਇਆ ਤੈਨੂੰ ਜਿਹੜੀ ਹੈ ਸਪਿਰਚੁਅਲ ਜਰਨੀ ਦੇ ਉੱਤੇ ਜਿਹੜਾ ਹੈਗਾ ਉਹਨੇ ਚੱਲਣ ਹੀ ਨਹੀਂ ਦੇਣਾ। ਉਹ ਸਪਿਰਚੁਅਲ ਜਿਹੜੇ ਹੈਗੇ ਗੁਰੂ ਦੀਆਂ ਗੱਲਾਂ ਜਿਹੜੀਆਂ, ਆ ਗੁਰੂ ਦੀ ਬਾਣੀ ਜਿਹੜੀ ਹੈਗੀ, ਇਹਨੇ ਬੇਦਣਾ ਹੀ ਨਹੀਂ ਹੈ ਤੇਰੇ ਮਨ ਨੂੰ, ਕਿਉਂਕਿ ਤੂੰ ਟੋਪ ਮਮਤਾ ਤੇਰੇ ਅੰਦਰ ਆਪਣੇ ਬੱਚੇ ਦੀ, ਪਰਿਵਾਰਾਂ ਦੀ, ਜਿਹੜੇ ਆਕਾਰ ਦੀ, ਪਦਾਰਥ ਦੀ, ਤਨ ਦੌਲਤ ਦੀ ਖਿੱਚ ਜਿਹੜੀ ਹੈਗੀ ਤੇਰੇ ਅੰਦਰ ਪਈ ਹੈ। ਮਮਤਾ ਕੀ ਹੈ? ਆ ਮੇਰੀ ਮਮਤਾ, ਮੇਰਾ, ਆ ਮੇਰਾ, ਮੇਰਾ ਆ ਚੀਜ਼ ਮੇਰੀ, ਬਸ ਆ ਮਮਤਾ ਹੈ। ਇਹ ਮੋਹ ਹੈਗਾ, ਮੋਹ ਸਾਰਿਆਂ ਦੇ ਨਾਲ ਆਪਾਂ ਨੂੰ ਅਟੈਚਮੈਂਟ ਹੈ, ਮੋਹ ਹੈਗਾ ਆਪਾਂ ਨੂੰ। ਸਵਾਦ ਸਨਾਹ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਔਰ ਆਪਣੀ ਬੁੱਧੀ ਜਿਹੜੀ ਹੈ ਕੁਬੁੱਧੀ ਹੈਗੀ ਆਪਣੇ ਕੋਲ। ਆਪਣੇ ਮਨ ਨੇ ਜਿਹੜਾ ਹੈਗਾ, ਮਨ ਬੱਚਾ ਹੈ, ਕੰਟਰੋਲ ਮਨ ਦੇ ਕੋਲ ਹੈ। ਉਹਨੇ ਜਿਹੜਾ ਹੈਗਾ, ਉਹਨੇ ਜਿਹੜੀ ਚੀਜ਼, ਉਹ ਮਨ ਬੱਚਾ ਜਿਹੜਾ ਹੈਗਾ, ਉਹਨੇ ਤਾਂ ਕਹਿਣਾ ਮੈਨੂੰ ਤਾਂ ਆਹ ਖਿਡੌਣਾ ਦੇ। ਜੇ ਉਹਨੂੰ ਅਸਲੀ ਹੀਰਾ ਦੇਈਏ, ਉਹ ਕਹਿੰਦਾ ਮੈਨੂੰ ਤਾਂ ਆਹ ਦੇ। ਨਕਲੀ ਚੀਜ਼ ਜਿਹੜੀ ਹੈ ਉਹਨੂੰ ਤਾਂ ਉਹ ਮੰਗਣੀ ਹੈ। ਮਨ ਨੂੰ ਤਾਂ ਪਤਾ ਹੀ ਨਹੀਂ ਹੈ ਕਿਹੜੀ ਚੀਜ਼ ਜਿਹੜੀ ਹੈਗੀ ਚੰਗੀ ਹੈ, ਕਿਹੜੀ ਮੰਦੀ ਹੈ। ਉਹਨੇ ਤਾਂ ਭਾਵਨਾ ਹੈਗੀ ਸੀ, ਬੁੱਧੀ ਥੋੜ੍ਹੀ ਨਾ ਹੈਗੀ ਮਨ ਦੇ ਕੋਲ। ਨਾ ਕਦੇ ਹੋਵੇ ਸੋਗ ਅਨ ਦਿਨ ਰਸ ਭੋਗ, ਸਾਤਨ ਮਹਿਲੇ ਸਮਾਣੀ। ਉਹੀ ਮਹਿਲ 'ਚ ਸਮਾ ਸਕਦੀ ਹੈ ਭਾਈ। ਆਹ ਚਾਂਸ ਹੈਗਾ ਆਪਣੇ ਕੋਲ। ਜਿਨੇ ਪ੍ਰਿਓ ਜਾਤਾ ਕਰਮ ਵਿਦਾਤਾ, ਜਿਸਨੇ ਵੀ ਉਹ ਮਾਲਕ ਪਰਮਾਤਮਾ ਨੂੰ ਜਾਣ ਲਿਆ। ਕੌਣ ਆ ਮਾਲਕ ਪਰਮਾਤਮਾ? ਉਹ ਜਿਹੜਾ ਹੈਗਾ ਕਰਮਾਂ ਦਾ ਵਿਦਾਤਾ ਹੈਗਾ। ਕਰਮ ਵਿਦਾਤਾ ਕੀ ਹੁੰਦਾ ਹੈ? ਕਰਮ ਆਪਾਂ ਕਰਦੇ ਹਾਂ, ਵਿਧੀ ਉਹਨਾਂ ਦਾ ਰਿਜ਼ਲਟ ਦੇਣ ਵਾਲਾ, ਆਪਣੇ ਮੱਥੇ 'ਤੇ ਸੰਸਕਾਰ ਜਿਹੜੇ ਹੈਗੇ ਦੇਣ ਵਾਲਾ, ਉਹ ਮਾਲਕ ਪਰਮਾਤਮਾ ਹੈ। ਭਾਗ ਲਿਖਣ ਵਾਲਾ ਮਾਲਕ ਪਰਮਾਤਮਾ ਹੈਗਾ। ਕਿਉਂਕਿ ਜੋ ਆਪਾਂ ਨੇ ਬੀਜਿਆ ਹੈਗਾ, ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਹਾਂ ਹੈਗਾ, ਜੋ ਕੁਛ ਵੀ ਆਪਾਂ ਬੀਜਦੇ ਹਾਂ ਉਹ ਮਾਲਕ ਆਪਣਾ ਬਟੂਆ ਆਪਾਂ ਨੂੰ ਦੇ ਦਿੰਦਾ ਹੈ। ਨਾ ਕਦੇ ਹੋਵੇ ਸੋਗ ਅਨ ਦਿਨ ਰਸ ਭੋਗ, ਸਾਹ ਤਨ ਮਹਿਲ ਸਮਾਣੀ। ਕਹਿੰਦੇ ਉਹ ਮਹਿਲ ਦੇ ਵਿੱਚ ਸਮਾ ਜਾਏਗੀ। ਉਹ ਸਿਰਫ ਉਹ ਮਹਿਲ ਦੇ ਵਿੱਚ ਸਮਾ ਜਾਏਗੀ। ਕਿਹੜੀ? ਜਿਹੜੀ ਕਿ ਪ੍ਰਭ ਸੱਚੜਾ ਹਰ ਸਲਾਹੀ ਹੈ, ਕਾਰਜ ਸਭ ਕਿਛ ਕਰਨੇ ਜੋ। ਆ ਜੀਵ ਇਸਤਰੀ ਜਿਹੜੀ ਹੈਗੀ, ਜਿਹੜੀ ਧਿਆਨ ਸਿਮਰਨ ਜਿਹੜੀ ਹੈਗੀ, ਜਿਹੜੀ ਇਹ ਭਗਤੀ ਜਿਹੜੀ ਹੈਗੀ, ਜਿਹੜਾ ਆਪਣੇ ਅੰਦਰ ਜਿਹੜਾ ਹੈਗਾ ਮਾਲਕ ਆਪਣੀ ਆਤਮਾ ਹੀ ਤਾਂ ਪਰਮਾਤਮਾ ਹੈਗੀ। ਆਤਮਾ ਹੀ ਤਾਂ ਪਰਮਾਤਮਾ ਦਾ ਅੰਸ਼ ਹੈਗੀ ਹੈ। ਵਨ ਵੇ ਟ੍ਰੈਫਿਕ ਹੈ। ਮਾਲਕ ਦੇ ਨਾਲ ਮਾਲਕ ਦੇ ਨਾਲ ਆਤਮਾ ਜੁੜੀ ਹੋਈ ਹੈ। ਬਸ ਆਪਾਂ ਨਹੀਂ ਉਸ ਪਾਸੇ ਆਪਣਾ ਜਿਹੜਾ ਹੈਗਾ ਹੈ ਨਹੀਂ ਗਾ। ਟ੍ਰੈਫਿਕ ਉਸ ਪਾਸੇ ਜਾਂਦਾ ਹੀ ਨਹੀਂ ਹੈ। ਨਾ ਕਦੇ ਹੋਵੇ ਸੋਗ ਅਨ ਦਿਨ ਰਸ ਭੋਗ, ਸਾਧਨ ਮਹਿਲ ਸਮਾਣੀ। ਜਿਨੇ ਪ੍ਰਿਓ ਜਾਤਾ ਕਰਮ ਵਿਦਾਤਾ, ਬੋਲੇ ਅੰਮ੍ਰਿਤ ਬਾਣੀ। ਬਸ ਉਹ ਕੀ ਕਰਦੀ ਹੈ? ਫਿਰ ਅੰਮ੍ਰਿਤ ਬਾਣੀ ਬੋਲਦੀ ਹੈ। ਅੰਮ੍ਰਿਤ ਬਾਣੀ ਕੀ ਹੈਗੀ? ਅੰਮ੍ਰਿਤ ਬਾਣੀ ਹੈਗੀ ਭਾਈ ਇਹ ਧਿਆਨ ਸਿਮਰਨ। ਅੰਮ੍ਰਿਤ ਬਾਣੀ ਹੈਗੀ ਜਿਹਨੇ ਆਪਾਂ ਨੂੰ ਅੰਮ੍ਰਿਤ ਲਵਾ ਦੇਣਾ ਹੈ। ਅੰਮ੍ਰਿਤ ਬਾਣੀ ਹੈਗੀ ਜਿਹੜੀ ਜਿਸ ਬਾਣੀ ਦੇ ਅਨੁਸਾਰ, ਜਿਸ ਕਰਮ ਦੇ ਅਨੁਸਾਰ ਜਿਹੜਾ ਹੈਗਾ ਆਪਾਂ ਅੰਮ੍ਰਿਤ ਤੱਕ ਪਹੁੰਚ ਜਾਈਏ, ਅੰਮ੍ਰਿਤ ਲੈਣ ਵਾਲਾ ਆਪਾਂ ਨੂੰ ਬਣਾ ਦਿੱਤਾ ਜਿਸ ਚੀਜ਼ ਨੇ, ਉਹ ਅੰਮ੍ਰਿਤ ਬਾਣੀ ਹੈ। ਆ ਸਾਰੀ ਦੀ ਸਾਰੀ ਜਿਹੜੀ ਹੈ ਯਾਤਰਾ, ਇਹ ਅੰਮ੍ਰਿਤ ਬਾਣੀ ਆਇਆ। ਅੰਮ੍ਰਿਤ ਬਾਣੀ ਜੋ ਇਹ ਗਿਆਨ ਕਹਿ ਰਿਹਾ ਆਪਾਂ ਨੂੰ, ਜੋ ਆਪਾਂ ਕਾਰਵਾਈ ਕਰਦੇ ਹਾਂ, ਇਹ ਅੰਮ੍ਰਿਤ ਬਾਣੀ ਹੈਗੀ। ਅੰਮ੍ਰਿਤ ਬਣਨਾ ਹੈ ਇਹਦੇ ਨਾਲ ਆਪਾਂ ਨੂੰ ਅੰਮ੍ਰਿਤ ਲਭਾ ਦੇਣਾ ਹੈ। ਆਪਾਂ ਨੂੰ ਅੰਮ੍ਰਿਤ ਦੇ ਯੋਗ ਕਰ ਦੇਣਾ ਇਹਨੂੰ।
जिन्हें प्रिय जाता कर्म विधाता बोले अमृत बाणी। गुणवंतियाँ गुण सारें अपने कंत संभालें ना कदे लगे विजोगो। गुणवंतियाँ गुण सारें, गुणवंतियाँ की करदियाँ गुण लैंदियाँ। पहले तो गुण वाले बनना है आपां ने, गुण मिले गुण जे सत संतोख दया धर्म धीरज आ बेसिक फंडामेंटल गुण हैगे। सत दे उत्ते चलना है, संतोख रहना है, दया करनी है हरेक दे उत्ते, धीरज रखना है, धर्म दे उत्ते जो मालक ने जो आपां नूं धर्म की है जो अपना जो मालक ने अपने वास्ते मालक ने धर्म अपना रखिया बई तैनूं मैं भांटनी दे दित्ती है और तू जिहड़ा हैगा मैनूं लभना है, मेरे कोल आउणा है। तेजिंदर इधर कोई आएगा ना तो मैनूं दस देना यार। हाँ नहीं कोई नहीं, जदों भी आएगा, क्योंकि मेरियां अखां बंद हो जांदियां प्लीज़। कोई नहीं, तुसीं ध्यान नाल। गुणवंतियाँ गुण सारें अपने कंत संभालें ना कदे लगे विजोगो। ਕਹਿੰਦੇ ਉਹ ਉਹਨਾਂ ਨੂੰ ਕਦੀ ਵਿਜੋਗ ਹੁੰਦਾ ਹੀ ਨਹੀਂ ਹੈ। ਉਹ ਗੁਣਾਂ ਨੂੰ ਸਹਾਰਦੀਆਂ, ਗੁਣਾਂ ਦੇ ਵਿੱਚ ਜਿਹੜਾ ਹੈਗਾ ਉਹ ਆਪਣਾ ਜਿਹੜਾ ਹੈਗਾ ਆਪਣਾ ਜੋ ਮਾਲਕ ਨੇ ਸਮਾਂ ਦਿੱਤਾ ਹੋਇਆ ਉਹ ਗੁਣਾਂ ਦੇ ਵਿੱਚ ਜਿਹੜੀਆਂ ਵਿਆਜਦੀਆਂ ਹੈ, ਗੁਣ ਲੈਂਦੀਆਂ ਹੈ। ਉਹ ਗੁਣਾਂ ਨੂੰ ਯੂਜ਼ ਕਰਦੀਆਂ ਹੈ। ਗੁਣ ਕੀ ਹੈ? ਗੁਣਾਂ ਨੂੰ ਯੂਜ਼ ਕਰਨਾ ਹੈ ਆਪਾਂ ਨੇ। ਗੁਣ ਜਿਹੜੇ ਹੈਗੇ ਇਹ ਮੈਂ ਦੱਸਦਾ ਰਹਿਤ ਮਾਲਕ ਨੇ ਦੱਸੀ ਜਿਹੜੀ ਹੈ ਗੁਰੂ ਮਹਾਰਾਜ ਪੰਜਵੀਂ ਪਾਤਸ਼ਾਹੀ ਨੇ ਆਪਾਂ ਨੂੰ। ਵਾਪਸ ਆਪਾਂ ਇੱਥੇ ਆ ਜਾਵਾਂਗੇ। ਗੁਣਵੰਤੀਆਂ ਗੁਣ ਸਾਰੇ ਆਪਾਂ ਪਹਿਲੇ ਬੰਦ ਦੇ ਉੱਤੇ ਹੈਗੇ ਆ। ਇਹ संत रहत सुनो मेरे भाई। हाँ, संत रहत सुनो मेरे भाई। आसा महला पंजवा। 8 पहर निकट कर जाना है प्रभ का किया मीठा माना है। आया संत रहत, इत्थों शुरू होंदी है संत रहत। संत कौन है? साधु, साधना करन वाले। उन्हां दी रहत, उन्हां दा रूटीन, उन्हां दे नियम। संत रहत सुनो मेरे भाई। कमाल है जी। आसा महला पंजवा। 8 पहर निकट कर जाना है। पहला देख लो, मालक परमात्मा नूं 8 पहर मालक नूं अपने नाल समझे। मालक नाल है, आपां अपने आप नूं समझदे मैं तां कल्ला हां। बस ਇੱਥੇ ਹੀ ਨੁਕਤਾ ਹੈਗਾ, ਇੱਥੇ ਹੀ ਹੈਗੀ ਪੁਆਇੰਟ। ਜੇ ਮਾਲਕ ਨੂੰ 8 ਪੈਰ ਆਪਣੇ ਨਾਲ ਸਮਝਾਂਗੇ, ਆਪਾਂ ਕਿਸੇ ਨਾਲ ਧੋਖਾ ਨਹੀਂ ਕਰ ਸਕਦੇ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ, ਕਿਸੇ ਨਾਲ ਗਲਤ ਬਿਹੇਵੀਅਰ ਨਹੀਂ ਕਰ ਸਕਦੇ ਆਪਾਂ, ਜੇ ਆਪਾਂ ਮਾਲਕ ਪਰਮਾਤਮਾ ਨੂੰ 8 ਪੈਰ ਆਪਣੇ ਨਾਲ ਸਮਝਾਂਗੇ। 8 पहर निकट कर जाना है प्रभ का किया मीठा माने। दूसरी रहत की हैगी, दूसरी है जो कुछ भी हो रहा है, जो मालक कर रहा है, मता पकावे पश्चिम को पूरब ही ले जात। मालक परमात्मा जो कर रहा फाइनल होना दुनिया 'ਚ ਉਹ ਹੈਗਾ ਜੋ ਮਾਲਕ ਨੇ ਕਰਨਾ ਹੈ। ਆਪਾਂ ਨੇ ਸੋਚ ਕੇ ਇਹ ਵਿਚਾਰਾਂ ਦੇ ਵਿੱਚ ਲਹਿਰਾਂ ਦੇ ਵਿੱਚ ਆਪਣਾ ਸਮਾਂ ਬਰਬਾਦ ਨਹੀਂ ਕਰਨਾ। ਬਸ ਪ੍ਰਭ ਕਾ ਕੀਆ मीठा मान है। जो भी ਆਪਾਂ ਨੇ ਜੋ ਕਾਰਵਾਈ ਕਰਨੀ ਹੈ, ਜੋ ਕਰਨਾ ਹੈ, डिसीजन बस ਲੈ ਲਿਆ डिसीजन। ਉਸ ਤੋਂ ਬਾਅਦ ਆਪਣਾ ਜਿੰਨਾ ਕੁ ਜੋ ਆਪਾਂ ਨੇ ਕਰ ਸਕਦੇ ਸੀ ਕਰਤਾ। ਉਸ ਤੋਂ ਬਾਅਦ ਨਾ ਸੋਚੋ ਇਹ ਹੋਏਗਾ ਕਿ ਨਹੀਂ ਹੋਏਗਾ, ਉਹ ਮਾਲਕ ਪਰਮਾਤਮਾ ਦੀ ਮਰਜ਼ੀ ਹੈ। ਜਿਸ ਤਰ੍ਹਾਂ ਵੀ ਜਿਹੜਾ ਹੈਗਾ ਊਂਠ ਬੈਠਦਾ ਹੈ ਉਸ ਤਰ੍ਹਾਂ ਜਿਹੜਾ ਹੈਗਾ ਆਪਾਂ ਖੁਸ਼ ਰਹੋ ਉਹਦੇ ਵਿੱਚ। 8 पहर निकट कर जाना है प्रभ का किया मीठा मान है। एक नाम संतन आधार। संतां ਦਾ ਆਧਾਰ ਕੀ ਹੈ? ਬੰਦਗੀ, ਪਰਮੇਸ਼ਰ ਦੀ ਬੰਦਗੀ, ਨਾਮ ਦੇ ਵੱਲ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਉਹ ਆਧਾਰ ਹੈ ਉਹਨਾਂ ਦਾ ਟਾਰਗੇਟ ਹੈਗਾ। ਉਹਨਾਂ ਦਾ ਟਾਰਗੇਟ ਹੈ ਉਹ ਨਾਮ ਅੰਮ੍ਰਿਤ ਪੀਣਾ ਹੈ। ਉਹਨਾਂ ਨੇ ਅਮਰ ਹੋਣਾ ਹੈ ਇੱਕ ਬੂੰਦ ਦੇ ਨਾਲ, ਜੂਨਾਂ ਦੇ ਵਿੱਚ ਨਹੀਂ ਹੋਣਾ ਉਹਨਾਂ ਨੇ। ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗ ਛਾਰ। ਦੇਖੋ ਕਿੰਨੀ ਕਹਿੰਦੇ ਸਾਰਿਆਂ ਦੀ ਚਰਨਾਂ ਦੀ ਧੂੜ ਹੋ ਜਾ। ਸਭ ਈਵਨ ਬੱਚੇ ਵੀ ਆਪਣੇ ਤੋਂ ਉੱਤੇ ਸਮਝ, ਸਾਰਿਆਂ ਨੂੰ ਜਿਹੜਾ ਹੈਗਾ ਬੱਚਾ ਵੀ ਜਿਹੜਾ ਹੈਗਾ ਉਹ ਵੀ ਆਪਾਂ ਨੂੰ ਸਿੱਖਿਆ ਦੇ ਸਕਦਾ ਆ। ਬੱਚਾ ਵੀ ਆਪਾਂ ਨੂੰ ਸਿੱਖਿਆ ਦੇ ਸਕਦਾ ਹੈ। ਸਾਰਿਆਂ ਦੇ ਅੰਦਰ ਗੁਣ ਹੁੰਦੇ ਆ, ਅਵਗੁਣ ਹੁੰਦੇ ਆ। ਆਪਣੇ ਵਿੱਚ ਬਹੁਤ ਜ਼ਿਆਦਾ, ਸਭ ਤੋਂ ਜ਼ਿਆਦਾ ਆਪਣੇ ਵਿੱਚ ਹੈਗੇ ਆ। ਇਹ ਸੋਚ ਕੇ ਚੱਲੋ। ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗ ਛਾਰ। संत रहत सुनो मेरे भाई।
हे मेरे ਭਰਾਵਾ, हे मेरे ਮਿੱਤਰਾ, हे ਮੇਰੇ ਸਤਸੰਗੀ, हे ਮਾਲਕ ਪਰਮਾਤਮਾ ਦੇ ਮਹਿਲ ਵੱਲ ਨੂੰ ਗਤੀ ਕਰਨ ਵਾਲਿਆ, ਆ ਸੁਣ ਲਾ, ਇਹਦੇ ਨਾਲ ਤੇਰੀ ਜਿਹੜੀ ਹੈਗੀ ਯਾਤਰਾ ਹੋਣੀ ਆ। ਆ ਇਹਦੇ ਨਾਲ ਜਿਹੜਾ ਹੈਗਾ, ਆ ਦੇਖ ਇਹ ਗੀਅਰ ਲੱਗ ਜਾਣੇ ਆ, ਤੇਰੀ ਗੱਡੀ ਤੇਜ਼ ਚੱਲਣ ਲੱਗ ਜਾਣੀ, ਦਿਨ ਦੂਣੀ ਰਾਤ ਚੌਗਣੀ ਤਰੱਕੀ ਹੋ ਜਾਣੀ ਹੈ ਜੇ ਤੂੰ ਆ ਰਹਿਤ ਸੁਣ ਕੇ ਇਹਨੂੰ ਆਪਣੇ ਉੱਤੇ ਇੰਪਲੀਮੈਂਟ ਕਰ ਲਏਗਾ, ਆ ਰੂਟੀਨ ਰੱਖੇਗਾ। ਸੰਤ ਰਹਿਤ ਸੁਨੋ ਮੇਰੇ ਭਾਈ, ਉਹ ਆ ਕੀ ਮਹਿਮਾ ਕਥਨ ਨਾ ਜਾਏ। ਬਸ ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹੜਾ ਉਹਦੇ ਵੱਲ ਇਹ ਵਾਕੀ ਮਹਿਮਾ ਕਥਨ ਨਾ ਜਾਏ, ਮਤਲਬ ਜਿਹੜਾ ਇਹ ਪਰਮਾਤਮਾ ਦੀ ਮਹਿਮਾ ਕਥਨ ਨਹੀਂ ਜਾਂਦੀ, ਉਹਦੀ ਤਾਂ ਕਥਨ ਜਾਂਦੀ ਨਹੀਂ ਹੈ। ਪਿਆਰਿਓ, ਜਿਹੜਾ ਇਨਸਾਨ, ਜਿਹੜਾ ਸੰਤ ਰਹਿਤ, ਜਿਹੜਾ ਇਸ ਰੂਟੀਨ ਦੇ ਵਿੱਚ ਆ ਜਾਂਦਾ ਆ ਰਹਿਤ ਜਿਹੜੀ ਮਰਿਆਦਾ ਜਿਹਦੀ ਹੋ ਜਾਂਦੀ ਆ, ਕਹਿੰਦੇ ਉਹਦੀ ਮਹਿਮਾ ਨਹੀਂ ਕੱਢ ਸਕਦੇ, ਉਸ ਇਨਸਾਨ ਦੀ ਆਪਾਂ ਮਹਿਮਾ ਨਹੀਂ ਬੋਲ ਸਕਦੇ, ਉਹਦੀ ਮਹਿਮਾ ਨਹੀਂ ਦੱਸੀ ਜਾ ਸਕਦੀ। ਇੰਨਾ ਵੱਡਾ ਹੋ ਜਾਏਗਾ ਉਹ, ਇੰਨਾ ਉੱਚਾ ਹੋ ਜਾਏਗਾ ਉਹ। ਸੰਤ ਰਹਿਤ ਜਿਸ ਜੀਵ ਵਸਾਵੇ ਤਾਂ ਕੀ ਮਹਿਮਾ ਗਣੀ ਨਾ। ਵਾਹ ਜੀ ਵਾਹ, ਕਮਾ ਲਿਆ ਜੀ, ਕਮਾ ਲਿਆ। ਸੰਤ ਰਹਿਤ ਸੁਨੋ ਮੇਰੇ ਭਾਈ, ਵਾਕੀ ਮਹਿਮਾ ਕਥਨ ਨਾ ਜਾਈ ਰਹਾਓ। ਵਰਤਣ ਜਾ ਕੇ ਕੇਵਲ ਨਾਮ ਆ ਲਓ। ਕਹਿੰਦੇ ਸਿਰਫ ਉਹਨੂੰ ਇੰਟਰਸਟ, ਬਾਕੀ ਦੁਨੀਆ ਸਾਰੀ ਇੱਧਰ ਦੀ ਉੱਧਰ ਹੋਏ, ਸਾਰੇ ਕੰਮ ਸੰਵਰਦੇ ਆ ਨਹੀਂ ਸੰਵਰਦੇ ਆ, ਬਸ ਇੱਕ ਚੀਜ਼ ਉਹਦੀ ਟਾਪ ਪ੍ਰਾਇਰਟੀ ਦੇ ਉੱਤੇ ਜਿਹੜਾ ਹੈਗਾ ਪਰਮੇਸ਼ਰ ਦੀ ਬੰਦਗੀ ਹੈਗੀ। ਬਸ ਉਹਦਾ ਵਰਤਣ ਆਹੀ ਹੈ, ਕੇਵਲ ਲਿਖਿਆ, ਕੇਵਲ ਵਰਤਣ ਜਾ ਕੇ ਕੇਵਲ ਨਾਮ। ਆਨੰਦ ਰੂਪ ਕੀਰਤਨ ਵਿਸਰਾਮ, ਆਹੀ ਕੀਰਤੀ ਹੈ ਪਰਮੇਸ਼ਰ ਦੀ, ਆਪਣੇ ਆਪ ਕੀਰਤਨ ਹੋ ਜਾਣਾ, ਜਦ ਰਸ ਆ ਜਾਣਾ ਕੀਰਤਨ ਹੋ ਜਾਣਾ। ਵਰਤਣ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸਰਾਮ। ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਜੋ ਕਾਮ ਤੇਰੇ। ਕੀਰਤਨ ਕੀ ਹੈਗਾ? ਕਲਯੁਗ में ਕੀਰਤਨ ਪ੍ਰਧਾਨਾ ਕਿਹੜਾ? ਗੁਰਮੁਖ ਜਪੀਏ ਲਾਏ ਧਿਆਨ, ਧਿਆਨ ਲੱਗ ਜਾਏ ਬਸ ਉਹ ਕੀਰਤਨ ਹੈਗਾ। ਜਿੱਥੇ ਧਿਆਨ ਲੱਗ ਗਿਆ ਉਹ ਕੀਰਤਨ ਹੈਗਾ। ਵਰਤਣ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸਰਾਮ। ਹੁਣ ਦੇਖੋ ਅਗਲੀ ਰਾਤ ਕੀ ਹੈ? ਮਿੱਤਰ ਸੱਤਰ ਜਾ ਕੇ ਏਕ ਸਮਾਨੇ। ਆਪਾਂ ਤਾਂ 24 ਘੰਟੇ ਆਪਣੇ ਵਿਚਾਰ ਜਿਹੜੇ ਹੈਗੇ ਚੱਲਦੇ ਆ। ਆਪਾਂ ਨੂੰ ਹਰੇਕ ਦੇ ਅੰਦਰ ਹਰੇਕ ਸ਼ਤਰੂ ਲੱਗਦਾ, ਕਿਉਂਕਿ ਹਰੇਕ ਦੇ ਔਗੁਣ ਆਪਾਂ ਨੇ ਫੜ ਲੈਣੇ। ਬਸ ਆਪਾਂ ਨੇ ਉਹਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰਨਾ। ਆਪਾਂ ਨੇ ਕਹਿਣਾ ਇਹ ਕਿਉਂ ਇਸ ਤਰ੍ਹਾਂ ਹੋ ਰਿਹਾ, ਕਿਉਂ ਇਸ ਤਰ੍ਹਾਂ ਹੈਗਾ। ਬਸ ਆਪਾਂ ਇੱਕ ਰੱਤੀ ਪਰ ਵੀ ਅਗਲੇ ਨੂੰ ਨਹੀਂ ਚੇਂਜ ਕਰ ਸਕਦੇ। ਮੈਂ ਕਹਿੰਦਾ ਕਰੋੜ ਜਨਮ ਵੀ ਲੈ ਲਓ ਤੁਸੀਂ, ਕਿਸੇ ਦੂਸਰੇ ਦੇ ਅੰਦਰ ਚੇਂਜ ਨਹੀਂ ਲਿਆ ਸਕਦੇ। ਇਹ ਜਨਮ ਮਿਲਿਆ ਆ, ਇਹ ਮਨੁੱਖੀ ਜੀਵਨ ਮਿਲੀ ਹੈ, ਆਪਣੇ ਆਪ ਨੂੰ ਚੇਂਜ ਕਰਨ ਵਾਸਤੇ ਮਿਲੀ ਹੋਈ ਹੈ। ਸਿਰਫ ਆਪਣੇ ਆਪ ਨੂੰ ਆਪਾਂ ਚੇਂਜ ਹੋ ਜਾਵਾਂਗੇ ਤੇ ਆਪਣੇ ਅੰਦਰੋਂ ਖੁਸ਼ਬੂ ਆਊਗੀ ਭਾਈ, ਹਰੇਕ ਲੈ ਲੂਗਾ। ਜਿਹਨੂੰ ਖੁਸ਼ਬੂ ਲੈਣ ਦਾ ਸ਼ੌਕ ਹੋਏਗਾ, ਆਟੋਮੈਟਿਕਲੀ ਤੁਹਾਡੇ ਜੀਵਨ ਤੋਂ ਉਹਨੂੰ ਸੇਧ ਮਿਲ ਜਾਏਗੀ। ਫੁੱਲ ਨੂੰ ਕਹਿਣਾ ਨਹੀਂ ਪੈਂਦਾ ਕਿ ਮੇਰੇ ਕੋਲ ਆ ਕੇ ਜਿਹੜਾ ਹੈਗਾ ਖੁਸ਼ਬੂ ਲੈ ਲਓ। ਵਰਤਣ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸਰਾਮ। ਬਸ ਇੱਥੇ ਵਿਸਰਾਮ ਹੈ ਉਹਦਾ, ਉਹ ਇਸ ਜਗ੍ਹਾ 'ਤੇ। ਔਰ ਉਹਨੂੰ ਤਾਂ ਕੋਈ ਬੌਧਰੇਸ਼ ਹੀ ਨਹੀਂ ਰਹੇਗੀ। ਜਿਹੜੇ ਇਨਸਾਨ ਨੇ ਰਹਿਤ ਰੱਖਣੀ ਸ਼ੁਰੂ ਕਰਤੀ, ਇਹ ਥੋੜ੍ਹੀ ਨਾ ਵੀ 2 ਸਾਲ 10 ਸਾਲ 20 ਸਾਲ 50 ਸਾਲ ਜਿਹੜਾ ਉਹਦੇ ਬਾਅਦ ਜਿਹੜਾ ਹੈਗਾ ਆਪਾਂ ਨੂੰ ਜਿਹੜੀ ਅਵਸਥਾ ਮਿਲੇਗੀ, ਆਪਾਂ ਨੂੰ ਜਿਹੜਾ ਆਨੰਦ ਆਏਗਾ, ਆਪਾਂ ਨੂੰ ਖੁਸ਼ੀ ਆਏਗੀ, ਉਹ ਤਾਂ ਪਹਿਲੇ ਦਿਨ ਤੋਂ ਆਉਣੀ ਸ਼ੁਰੂ ਹੋ ਜਾਏਗੀ ਜੇ ਆਪਾਂ ਇਹ ਰਹਿਤ ਰੱਖ ਲਾਂਗੇ। ਤੇ ਜੇ ਆਹ ਰੂਟੀਨ ਹੋਏਗਾ ਆਪਣਾ, ਤੇ ਇਹ ਤਾਂ ਪ੍ਰੋਗਰੈਸ ਆਟੋਮੈਟਿਕਲੀ ਆਪਣੇ ਜੀਵਨ ਤੋਂ ਆਪਾਂ ਨੂੰ ਪ੍ਰੋਗਰੈਸ ਆਉਣੀ ਚਾਹੀਦੀ। ਆਪਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਆਪਾਂ ਦੇਖਾਂਗੇ। ਨਹੀਂ ਪਹਿਲੇ ਦਿਨ ਨਹੀਂ ਪਤਾ ਲੱਗਾ, ਐਟਲੀਸਟ 10 ਦਿਨ 15 ਦਿਨ ਮਹੀਨੇ ਬਾਅਦ ਤਾਂ ਪਤਾ ਲੱਗ ਹੀ ਜਾਏਗਾ। ਔਰ ਨਹੀਂ ਜਿਹੜਾ ਹੈਗਾ, ਜੇ ਆਪਣੇ ਅੰਦਰ ਨਹੀਂ ਚੀਜ਼ ਹੋ ਰਹੀ, ਨਹੀਂ ਹੋ ਰਿਹਾ, ਤੇ ਇਹਦਾ ਮਤਲਬ ਦੇਰ ਇਜ਼ ਸਮਥਿੰਗ ਰੋਂਗ। ਆਪਣੇ ਆਪ ਨੂੰ ਕੋਖੋ, ਆਪਣੀ ਰਹਿਤ ਨਹੀਂ ਰੱਖ ਰਹੇ ਆਪਾਂ ਕੋਈ ਸੋ ਕਾਲਡ ਜਿਹੜੀ ਹੈਗੀ, ਹੋਰ ਕੋਈ ਜਿਹੜੀ ਹੈਗੀ ਕਰਮ ਕਾਂਡ ਕਰ ਰਹੇ ਆਪਾਂ। ਵਰਤਣ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸਰਾਮ। ਮਿੱਤਰ ਸੱਤਰ ਜਾ ਕੇ ਏਕ ਸਮਾਨ ਹੈ, ਇੱਕ ਸਮਾਨ ਹੈ। ਬਸ ਕਹਿੰਦੇ ਦੇਖੋ ਮਿੱਤਰ ਤੇ ਸੱਤਰ ਦੋਨੋਂ ਇੱਕ ਸਮਾਨ ਹੈਗੇ। ਜੇ ਮਿੱਤਰ ਕਰ ਲਏ ਤਾਂ ਵੀ ਫਸ ਗਏ ਆਪਾਂ। ਜੇ ਆਪਾਂ ਕਿਸੇ ਨਾਲ ਪਿਆਰ ਪਾ ਲਿਆ, ਕਿਸੇ ਨੂੰ ਚੰਗਾ ਸਮਝ ਲਿਆ, ਇਕੁਅਲੀ ਡੇਂਜਰਸ ਹੈਗਾ। ਕਿਉਂਕਿ ਇਹ ਜਿਹੜਾ ਹੈਗਾ ਮਿੱਠਾ ਜ਼ਹਿਰ ਹੈਗਾ, ਉਹਨੇ ਵੀ ਤੁਹਾਨੂੰ ਜਿਹੜਾ ਹੈਗਾ ਤੁਹਾਨੂੰ ਪਰਮਾਤਮਾ ਦੇ ਵੱਲ ਨੂੰ ਨਹੀਂ ਜਾਣ ਦੇਣਾ। ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨਿਚਲ ਨਾ ਹੀ ਚੀਤ।
ਉਹਨੇ ਵੀ ਨਹੀਂ ਜਾਣਦਾ ਨੇ ਜੇ ਆਪਾਂ ਕਿਸੇ ਨਾਲ ਪਿਆਰ ਪਾਉਂਦੇ ਕਿਸੇ ਦੇ ਨਾਲ, ਕਿਉਂਕਿ ਮੰਨ ਲਓ ਬੱਚੇ ਹੈਗੇ, ਮਾਂ ਪਿਓ ਹੈਗੇ, ਭੈਣ ਭਰਾ ਹੈਗੇ, ਸਕੇ ਸੰਬੰਧੀ ਹੈਗੇ, ਘਰ ਵਾਲਾ ਘਰ ਵਾਲੇ ਹੈਗੇ, ਉਹਦੇ ਨਾਲ ਪਿਆਰ ਪਾ ਲਿਆ ਆਪਾਂ ਨੇ, ਬਸ ਹੋ ਗਿਆ। ਉੱਧਰ ਤੋਂ ਯਾਤਰਾ ਤਾਂ ਖਤਮ ਹੈ। ਆਪਾਂ ਆਪਣੇ ਸਵਾਸ ਤਾਂ ਇੱਕ ਪਾਸੇ ਲਾ ਸਕਦੇ ਹਾਂ, ਹੁਣ ਸਵਾਸ ਉੱਧਰ ਲੱਗ ਗਏ ਸਾਰੇ ਦੇ ਸਾਰੇ, ਕਿਹੜੇ ਪਾਸਿਓਂ? ਫਿਰ ਰੱਬ ਦੀ ਬੰਦਗੀ ਤਾਂ ਫਿਰ ਗਿਆ, ਉਹ ਟਾਰਗੇਟ ਫਿਰ ਮਿਸ ਹੋ ਗਿਆ ਆਪਣਾ। ਇਸ ਕਰਕੇ ਭਾਈ ਮਿੱਤਰ ਸੱਤਰ ਬਹੁਤ ਕੀਮਤੀ ਹੈਗੇ ਜੀ। ਇਹ ਤਾਂ ਗਿਆਨ, ਇਹਦਾ ਤਾਂ ਦੇਣ ਨਹੀਂ ਦੇ ਸਕਦੇ, ਇਹ ਅੱਖਰਾਂ ਦਾ ਦੇਣ ਨਹੀਂ ਦੇ ਸਕਦੇ ਆਪਾਂ। ਮਿੱਤਰ ਸੱਤਰ ਜਾ ਕੇ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ। ਦੇਖ ਲਓ, ਕਹਿੰਦੇ ਤੂੰ ਆਪਣੇ ਜਿਹੜੇ ਤੇਰੇ ਬੱਚੇ ਹੈਗੇ, ਤੇਰੇ ਮਾਂ ਪਿਓ ਹੈ, ਜੋ ਵੀ ਹੈਗਾ, ਤੂੰ ਉਹਨਾਂ ਨਾਲ ਪਿਆਰ ਪਾ, ਪਰ ਉਹਨਾਂ ਦੇ ਅੰਦਰ ਪਰਮਾਤਮਾ ਨੂੰ ਦੇਖ, ਉਹਨਾਂ ਦੇ ਅੰਦਰ ਪਰਮਾਤਮਾ ਨੂੰ ਦੇਖ। ਜੇ ਆਪਾਂ ਪਰਮਾਤਮਾ ਨੂੰ ਦੇਖਾਂਗੇ ਤਾਂ ਆਪਾਂ ਕਿਸ ਤਰੀਕੇ ਦੇ ਨਾਲ ਅਗਲੇ ਦੇ ਨਾਲ ਜਿਹੜਾ ਮਿਸਬਿਹੇਵ ਕਰ ਸਕਦੇ ਹਾਂ ਆਪਾਂ। ਵਰਤਣ ਬਹੁਤ ਰਹਿਤ ਬਹੁਤ, ਦੇਖੋ ਬਹੁਤ ਬਿਲਕੁਲ ਖੰਨਿਓ ਤਿੱਖੀ ਵਾਲੋਂ ਨਿੱਕੀ ਵਾਲੀ ਗੱਲ ਆ ਭਾਈ। ਵਰਤਣ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸਰਾਮ, ਮਿੱਤਰ ਸੱਤਰ ਜਾ ਕੇ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ। ਇਸ ਤੋਂ ਅੱਗੇ ਰਿਜ਼ਲਟ ਹੈਗੇ ਕੋਟ ਕੋਟ ਅਗ ਕਾਟਨ ਹਾਰਾ। ਉਹ ਮਾਲਕ ਪਰਮਾਤਮਾ ਕਹਿੰਦੇ ਤੂੰ ਤੇਰੇ ਕਿੰਨੇ ਮਰਜ਼ੀ ਪਾਪ ਹੋਣ, ਭਾਵੇਂ ਪੂਰਾ ਤੇਰੇ ਅੰਦਰ ਕੁਛ ਦਿਸਦਾ ਹੀ ਨਾ ਹੋਏ, ਬਿਲਕੁਲ ਕਾਲਾ ਪਾਪਾਂ ਦੇ ਨਾਲ ਕਾਲਾ ਹੋ ਗਿਆ, ਕਰੋੜਾਂ ਹੀ ਕਰੋੜਾਂ ਜਨਮਾਂ ਦੇ ਤੇਰੇ ਪਾਪ ਹੋਣ, ਅੱਗ ਕਹਿੰਦੇ ਇੰਨੇ ਜ਼ਿਆਦਾ ਵਜਰ ਪਾਪ ਕੀਤੇ ਹੋਣ, ਕਹਿੰਦੇ ਸਾਰੇ ਕੱਟ ਜਾਣਗੇ, ਸਾਰੇ ਖਤਮ ਹੋ ਜਾਣਗੇ। ਕੋਟ ਕੋਟ ਅਗ ਕਾਟਨ ਹਾਰਾ। ਉਹ ਮਾਲਕ ਪਰਮਾਤਮਾ ਇਸ ਤਰੀਕੇ ਦੇ ਨਾਲ ਇਹ ਰਹਿਤ ਮਰਿਆਦਾ ਰੱਖਾਂਗੇ ਤਾਂ ਦੁੱਖ ਦੂਰ ਕਰਨ ਜੀਕੇ ਦਾ ਤਾਰਾ। ਉਹ ਤਾਂ ਦੁੱਖ ਦੂਰ ਕਰਨ ਵਾਲਾ ਹੈ ਉਹ ਮਾਲਕ ਪਰਮਾਤਮਾ, ਔਰ ਜੀ ਦਾ ਤੇਰੀ ਆਤਮਾ ਦਾ ਦਾਤਾ ਹੈਗਾ, ਆਤਮਾ ਨੂੰ ਖੁਰਾਕ ਦੇਣ ਵਾਲਾ ਹੈਗਾ ਮਾਲਕ ਪਰਮਾਤਮਾ। ਜਿਹੜੀ ਆਤਮਾ ਜਨਮਾਂ ਤੋਂ ਭੁੱਖੀ ਹੈਗੀ, ਮਾਇਆ ਦੇ ਨਾਲ, ਪਦਾਰਥਾਂ ਦੇ ਨਾਲ, ਆਕਾਰ ਦੇ ਨਾਲ, ਦੁਨੀਆ ਦੇ ਸਵਾਦਾਂ ਦੇ ਨਾਲ ਨਹੀਂ ਪਾਈ ਆਪਣੀ ਪਿਆਸ। ਜਿੰਨਾ ਸਵਾਦ ਲਵਾਂਗੇ ਓਨੀ ਪਿਆਸ ਉਸ ਚੀਜ਼ ਦੀ ਹੋਰ ਜ਼ਿਆਦਾ ਹੋਏਗੀ। ਇਹ ਜਿਹੜਾ ਜੀ ਦੀ ਆਤਮਾ ਦੀ ਖੁਰਾਕ, ਆਤਮਾ ਦਾ ਭੋਜਨ ਨਾਮ ਹੈਗਾ ਭਾਈ, ਧਿਆਨ ਸਿਮਰਨ ਹੈਗਾ। ਇਹਦੇ ਨਾਲ ਆਤਮਾ ਨੇ ਤ੍ਰਿਪਤ ਹੋਣਾ ਹੈ। ਕੋਟ ਕੋਟ ਅਗ ਕਾਟਨ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੂਰਬੀਰ ਬਚਨ ਕੇ ਬਲੀ। ਆਇਆ ਜੋਧੇ, ਆਇਆ ਸੂਰਬੀਰ, ਆਇਆ ਭਾਈ। ਦੇਖ ਲਓ ਉਹਦੇ ਵਿੱਚ ਆਉਂਦਾ ਨਾ, ਕਰਮ ਖੰਡ ਕੀ ਬਾਣੀ ਜੋਰ ਤਿੱਤੇ, ਹੋਰ ਨਾ ਕੋਈ ਹੋਰ ਤਿੱਤੇ, ਜੋਧ ਮਹਾਬਲ ਸੂਰ, ਤਿਨ ਮੇਂ ਰਾਮ ਰਿਹਾ ਭਰਪੂਰ। ਆਇਆ ਦੇਖੋ ਜੋਧੇ, ਆਇਆ ਜੋਧੇ। ਇਹ ਕਰਮ ਖੰਡ ਦੇ ਵਾਸੀ ਹੋ ਜਾਣਗੇ। ਫਿਰ ਸੂਰਬੀਰ ਬਚਨ ਕੇ ਬਲੀ, ਬਸ ਫਿਰ ਆਟੋਮੈਟਿਕਲੀ ਉਹਨਾਂ ਦੇ ਜੋ ਬਚਨ ਕਰਤਾ ਉਹਨਾਂ ਨੇ ਆਪਣਾ ਨਿਭਾਉਣਾ ਹੀ ਨਿਭਾਉਣਾ ਹੈ। ਜੋ ਗੱਲ ਕਿਸੇ ਨੇ ਕਹਿਤੀ ਉਹਨਾਂ ਦੇ ਵਾਸਤੇ ਥੋੜ੍ਹੀ ਨਾ ਹੈਗਾ ਆ ਮੇਰਾ ਸਗਾ ਹੈਗਾ, ਆ ਮੇਰਾ ਜਿਹੜਾ ਹੈਗਾ ਦੂਸਰਾ ਹੈਗਾ ਨਾ। ਉਹਨਾਂ ਨੇ ਜੋ ਬਚਨ, ਉਹਨਾਂ ਦੇ ਵਾਸਤੇ ਸਾਰੀ ਦੁਨੀਆ ਇੱਕ ਹੈਗੀ, ਸਾਰਿਆਂ ਦਾ ਭਲਾ ਕਰਨਗੇ, ਉਹ ਸਾਰਿਆਂ ਦਾ ਭਲਾ ਕਰਨਗੇ। ਹਰੇਕ ਦੇ ਵਾਸਤੇ ਉਹਨਾਂ ਦਾ ਦਿਲ ਜਿਹੜਾ ਹੈਗਾ ਦ੍ਰਵਿਤ ਹੋਏਗਾ। ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਆਹ ਰਹਿਤ ਮਰਿਆਦਾ ਰੱਖਣ ਵਾਲੇ ਹੈਗੇ। ਇਹ ਮਾਇਆ, ਇਹ ਜੇ ਮਾਲਕ ਨੇ ਗੇਮ ਪਾਈ ਹੋਈ ਆ, ਇਹ ਗੇਮ ਜਿੱਤ ਜਾਣਗੇ ਭਾਈ। ਨਹੀਂ ਤਾਂ ਇਹ ਕੌਲਾ, ਇਹ ਮਾਇਆ ਸਾਰੇ ਸੰਸਾਰ ਨੂੰ ਛਲ ਲੈਂਦੀ ਆ। ਮਨੁੱਖ ਜੂਨ ਸਾਰਿਆਂ ਦੀ ਜਿਹੜੀ ਹੈਗੀ ਵੇਸਟ ਕਰਵਾ ਦਿੰਦੀ ਹੈ, ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ, ਔਰ ਉਹ ਇਹਨੂੰ ਵੀ ਛਲ ਲੈਂਦੇ ਆ। ਦੇਖ ਲਓ ਜਿਹੜੀ ਮਾਇਆ ਨੇ ਕੌਲਾ, ਮਾਇਆ ਪਰਮਾਤਮਾ ਨੇ ਕੌਲਾ ਪਾਈ ਹੋਈ ਆ, ਮਾਇਆ ਪਾਈ ਹੋਈ ਆ, ਉਹਨਾਂ ਨੇ ਇਸ ਮਾਇਆ ਨੂੰ ਵੀ ਛਲ ਲਿਆ। ਗੇਮ ਜਿੱਤ ਗਏ ਉਹ। ਕੌਲਾ ਬਪਰੀ ਸੰਤੀ ਛਲੀ। ਜਿਹੜਾ ਹੁਣ ਗੇਮ ਬੁੱਝ ਗਿਆ, ਨਹੀਂ ਇਹਦੇ ਵਿੱਚ ਫਸ ਰਿਹਾ, ਤੇ ਮਾਲਕ ਕਹਿੰਦਾ ਫਿਰ ਤੂੰ ਇੱਧਰ ਆ ਯਾਰ, ਤੈਨੂੰ ਤੇਰੀ ਕੀ ਲੋੜ ਹੈ ਫਿਰ ਦੁਨੀਆ ਦੇ ਵਿੱਚ। ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਤਾਂ ਕਾ ਸੰਗ ਬਾਛੇ ਸੁਰਦੇਵ, ਐਸੇ ਅਭਿਆਸੀ ਦਾ, ਐਸੇ ਜਿਹੜੇ ਹੈਗੇ ਸੰਤ ਦਾ, ਜਿਹਦੇ ਕੋਲ ਆ ਰਹਿਤ ਹੈਗੀ, ਉਹਨਾਂ ਦਾ ਸੰਗ ਕੌਣ ਬਾਂਝਦਾ ਹੈ? ਸੁਰਦੇਵ।
ਕਹਿੰਦੇ ਉਹਨਾਂ ਦਾ ਸੰਗ ਜਿਹੜਾ ਹੈਗਾ, ਜਿਹੜੇ ਦੇਵਤੇ ਹੈਗੇ ਆ, ਜਿਹੜੇ ਸੁਰ ਕਹਿੰਦੇ ਦੇਵਤੇ, ਕਹਿੰਦੇ ਉਹ ਵੀ ਉਹਨਾਂ ਦਾ ਸੰਗ ਮੰਗਦੇ ਆ ਭਾਈ। ਜਿਹੜੇ ਗੁਣਾਂ ਵਾਲੇ ਦੇਵਤੇ ਹੈਗੇ ਉਹ ਵੀ ਕਹਿੰਦੇ ਆ ਸਾਨੂੰ ਆਹ ਰਹਿਤ ਚਾਹੀਦੀ ਹੈ, ਇਹ ਜਿਹੀ ਰਹਿਤ ਮਰਿਆਦਾ ਵਾਲੇ ਦੀ ਸੰਗਤ ਚਾਹੀਦੀ। ਹਾਂ, ਉਹ ਕਬੀਰ ਜੀ ਦਾ ਆਉਂਦਾ ਨਾ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾਇ ਹੀ ਲਾਹੋ। ਉਹਦੇ ਵਿੱਚ ਆਉਂਦਾ ਸਟਾਰਟ ਦੇ ਵਿੱਚ ਹੀ ਆਉਂਦਾ ਕਿ ਉਹ ਜਿਹੜਾ ਹੈਗਾ ਸਰੀਰ ਦੇ ਬਾਰੇ ਉਹ ਸ਼ਬਦ ਸ਼ੁਰੂ ਹੀ ਹੁੰਦਾ ਹੈ, ਜਨਮ ਕਾਹਦੇ ਵਾਸਤੇ ਮਿਲਿਆ ਆਪਾਂ ਨੂੰ। ਚਲੋ ਇੱਕ ਸੈਕਿੰਡ ਜੀ। ਭਜੋ ਗੋਬਿੰਦ ਭੂਲ ਮਤ ਜਾਓ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ। ਨਹੀਂ ਉੱਪਰ ਉਸ ਤੋਂ ਪਹਿਲਾਂ ਸਟਾਰਟ ਜਿਹੜਾ ਹੁੰਦਾ ਹੈ ਉਸ ਵੇਲੇ ਹੁੰਦਾ ਹੈ ਕਾਹਦੇ ਵਾਸਤੇ, ਗੁਰ ਸੇਵਾ ਤੇ ਭਗਤ ਕਮਾਈ, ਤਬੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਿਆ ਦੇਵ। ਆ ਲਓ ਦੇਖ ਲਓ ਭਾਈ ਕੀ ਕਹਿੰਦੇ ਦੇਵਤੇ, ਕਹਿੰਦੇ ਸਾਨੂੰ ਦੇ ਸਰੀਰ, ਸਾਨੂੰ ਦੇ, ਕਿਉਂਕਿ ਪਰਮੇਸ਼ਰ ਨੇ ਜਿਹੜਾ ਹੈਗਾ ਰੂਲ ਬਣਾਇਆ ਵੀ ਮਨੁੱਖੀ ਸਰੀਰ ਦੇ ਵਿੱਚ ਇਸੇ ਜਾਮੇ ਦੇ ਨਾਲ ਆਪਾਂ ਜਿਹੜੇ ਹੈਗੇ ਆਖਰੀ ਛਲਾਂਗ ਮਾਲਕ ਪਰਮਾਤਮਾ ਦੇ ਮੁਕਤ ਹੋ, ਇਸ ਤਰੀਕੇ ਦੇ ਨਾਲ ਹੀ ਹੋ ਸਕਦੇ ਹਾਂ ਆਪਾਂ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਹੀ ਲਾਓ। ਉਹਦੇ 'ਚ ਆਉਂਦਾ ਹੈ ਕਿ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਸਾ ਦੇਹੀ ਭਜ ਹਰ ਕੀ ਸੇਵ। ਬਸ ਕਹਿੰਦੇ ਭਜਨ ਕਰ, ਪਰਮੇਸ਼ਰ ਦੀ ਬੰਦਗੀ ਕਰ, ਜੇ ਮਿਲ ਗਈ ਹੈ ਤੈਨੂੰ ਤੇ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ। ਆਹੀ ਲਾਭ ਹੈ ਭਾਈ, ਆਹੀ ਲਾਭ ਹੈ। ਮਨੁੱਖ ਜੀਵਨ ਦਾ ਮਕਸਦ ਹੀ ਆਹੀ ਹੈਗਾ, ਭਜਨ ਬੰਦਗੀ ਕਰਕੇ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਇਸ ਗੇਮ ਤੋਂ ਜਿਹੜਾ ਗੇਮ ਜਿੱਤ ਲੈਣੀ, ਆਹੀ ਲਾਭ ਹੈ ਮਨੁੱਖੀ ਜੀਵਨ ਦਾ। ਅਬ ਨਾ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ। ਆਹੀ ਤਾਂ ਟਾਈਮ ਹੈਗਾ, ਆਹੀ ਤਾਂ ਮੇਰਾ ਸੁਨਹਿਰਾ ਅਵਸਰ ਹੈਗਾ ਭਾਈ। ਤਾਂ ਕਾ ਸੰਗ ਬਾਂਛੇ ਸੁਰਦੇਵ, ਅਮੋਘ ਦਰਸ ਸਫਲ ਜਾਂ ਕੀ ਸੇਵ। ਉਹਨਾਂ ਦੇ ਦਰਸ਼ਨ ਜਿਹੜੇ ਹੈਗੇ ਅਮੋਘ ਹੈਗੇ ਔਰ ਉਹਨਾਂ ਦੀ ਸੇਵਾ ਸਫਲ ਹੈਗੀ। ਬਸ ਹੋ ਗਿਆ ਜੀ। ਅਮੋਘ ਦਰਸ ਸਫਲ ਜਾਂ ਕੀ ਸੇਵ, ਇਹ ਕਰ ਜੋੜ ਨਾਨਕ ਕਰੇ ਅਰਦਾਸ। ਅਮੋਘ ਦਾ ਮਤਲਬ ਹੁੰਦਾ ਹੈ ਬਈ ਖਾਲੀ ਨਹੀਂ ਜਾਏਗਾ, ਉਹਦਾ ਫਲ ਉਹਦੇ ਵਿੱਚੋਂ ਜਿਹੜਾ ਹੈਗਾ ਉਹ ਆਪਾਂ ਨੂੰ ਜਿਹੜੀ ਹੈਗੀ ਆ ਜਿਹੜਾ ਮਕਸਦ ਜਿਹੜਾ ਹੈਗਾ ਆਪਣਾ ਉਹ ਫਲ ਮਿਲੇਗਾ ਹੀ ਮਿਲੇਗਾ। ਇਹ ਕੰਮ ਜਿਹੜਾ ਇਹਦੇ ਵਿੱਚ ਜਿਹੜਾ ਹੈਗਾ ਫੇਲੂਅਰ ਦੇ ਚਾਂਸਿਸ ਬਿਲਕੁਲ ਨਹੀਂ ਹੈਗੇ। ਅਮੋਘ ਦਰਸ ਜਾਂ ਕਾ ਅਮੋਘ ਦਰਸ ਸਫਲ ਜਾਂ ਕੀ ਸੇਵ, ਕਰ ਜੋੜ ਨਾਨਕ ਕਰੇ ਅਰਦਾਸ। ਦੇਖੋ ਪੰਜਵੀਂ ਪਾਤਸ਼ਾਹੀ ਔਂਕੜ ਲਗਾਇਆ ਨਾਨਕ ਦੇ ਉੱਤੇ, ਔਂਕੜ ਲਗਾ ਕੇ ਆਪ ਪਰਸਨਲੀ ਕਹਿ ਰਹੇ ਮਹਾਰਾਜ ਵੀ ਕਰ ਜੋੜ ਕੇ ਮੈਂ ਅਰਦਾਸ ਕਰਦਾ। ਕੀ ਅਰਦਾਸ ਕਰ ਰਹੇ ਮਹਾਰਾਜ? ਕਰ ਜੋੜ ਨਾਨਕ ਕਰੇ ਅਰਦਾਸ, ਮੋਹਿ ਸੰਤੈ ਟਹਿਲ ਦੀਜੈ ਗੁਣਤਾਸ। ਹੇ ਮੇਰੇ ਮਾਲਕਾ, ਹੇ ਗੁਣਾ ਵਾਲਿਆ, ਮੈਨੂੰ ਐਸੇ ਅਭਿਆਸੀ, ਐਸੀ ਰਹਿਤ ਮਰਿਆਦਾ ਵਾਲੇ ਸੰਤਾਂ ਦੀ ਸੰਗਤ ਦੇ, ਮੈਨੂੰ ਮੇਰੇ ਅੰਦਰ ਵੀ ਗੁਣ ਆ ਸਕਣ। ਦੇਖੋ ਆਪਣੇ ਲਈ ਕਿਸ ਤਰ੍ਹਾਂ ਜਿਹੜੇ ਹੈਗੇ ਇਹ ਮਹਾਰਾਜ ਤੱਕ ਪਹੁੰਚੇ। ਮਹਾਰਾਜ ਤਾਂ ਪਰਮਾਤਮਾ ਨਾਲ ਇੱਕ ਹੈਗੇ। ਉਹ ਆਪਾਂ ਨੂੰ ਦੇ ਰਹੇ, ਆਪਾਂ ਨੂੰ ਜਾਚਨਾ ਕਰਨ ਦੀ ਜਾਚ ਦੱਸ ਰਹੇ ਭਾਈ। ਉਹਨਾਂ ਦੀ ਸੰਗਤ ਕਰੋ, ਐਸੇ ਅਭਿਆਸੀਆਂ ਦੀ, ਐਸੇ ਸੰਤਾਂ ਦੀ ਜਿਨ੍ਹਾਂ ਦੇ ਕੋਲ ਆ ਰਹਿਤ ਹੈਗੀ। ਇਹ 392 ਅੰਗ ਦੇ ਉੱਤੇ ਸੀਗਾ ਜੀ। ਵਾਪਸ ਆਪਾਂ ਉੱਥੇ ਆਈਏ। ਆਪਾਂ ਸੀਗੇ ਪਹਿਲਾ ਜਿਹੜਾ ਹੈਗਾ ਬੰਦ ਕਰ ਰਹੇ ਸੀਗੇ। ਗੁਣਵੰਤੀਆਂ ਗੁਣ ਸਾਰੇ, ਆਪਣੇ ਕੰਤ ਸੰਭਾਲੇ, ਨਾ ਕਦੇ ਲੱਗੇ ਵੀ ਜੋਗੋ। ਗੁਣਵੰਤੀਆਂ ਹੈਗੀਆਂ, ਗੁਣ ਵਾਲੀਆਂ ਹੈਗੀਆਂ, ਜਿਨ੍ਹਾਂ ਨੇ ਗੁਣ ਲਏ, ਜਿਨ੍ਹਾਂ ਦੀ ਰਹਿਤ ਮਰਿਆਦਾ। ਗੁਣਵੰਤੀ ਕੀ ਹੈ? ਰਹਿਤ ਮਰਿਆਦਾ ਵਾਲੀਆਂ। ਆਹ ਰਹਿਤ ਮਰਿਆਦਾ ਜਿਹੜੀ ਦੱਸੀ ਹੈ, ਗੁਣਵੰਤੀਆਂ ਗੁਣ ਸਾਰੇ, ਇਹਨਾਂ ਦੇ ਵਿੱਚ ਹੀ ਇਹ ਗੁਣਾਂ ਨੂੰ ਯੂਜ਼ ਕਰਦੀਆਂ, ਗੁਣਾਂ ਨੂੰ ਧਾਰਨ ਕਰਦੀਆਂ। ਗੁਣਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਦਾ ਜੀਵਨ ਬਣ ਜਾਂਦਾ ਹੈ। ਇਹ ਗੁਣ ਜਿਹੜੇ ਹੈਗੇ ਉਹਨਾਂ ਦੇ ਅੰਦਰ। ਗੁਣਵੰਤੀਆਂ ਗੁਣ ਸਾਰੇ, ਆਪਣੇ ਕੰਤ ਸੰਭਾਲੇ। ਉਹ ਮਾਲਕ ਪਰਮਾਤਮਾ ਨੂੰ ਇਸ ਤਰ੍ਹਾਂ ਸੰਭਾਲਦੀਆਂ ਹੈ ਭਾਈ।
ਨਾ ਕਦੇ ਲਗੇ ਵਿਜੋਗੋ। ਉਹਨਾਂ ਨੂੰ ਕਾਹਦਾ ਵਿਜੋਗ ਲੱਗਣਾ ਹੈ ਭਾਈ? ਉਹ ਮਾਲਕ ਪਰਮਾਤਮਾ ਤਾਂ ਅੰਗ ਸੰਗ ਹੈ। ਪਹਿਲੀ ਸਟਾਰਟਿੰਗ ਪੁਆਇੰਟ ਹੀ ਇਹੀ ਹੈਗੀ, ਪ੍ਰਭ ਆਪਣੇ ਕੋ ਜਾਣੇ ਸੰਗ। ਪਹਿਲਾ ਸਟਾਰਟਿੰਗ ਪੁਆਇੰਟ ਹੀ ਉਹੀ ਸੀਗਾ। ਗੁਣਵੰਤੀਆਂ ਗੁਣ ਸਾਰੈ, ਆਪਣੇ ਕੰਤ ਸੰਭਾਲੇ, ਨਾ ਕਦੇ ਲਗੇ ਵਿਜੋਗੋ। ਸੱਚੜਾ ਪਿਰ ਸਲਾਹੀਏ, ਸਭ ਕਿਛ ਕਰਨੇ ਜੋਗੋ। ਉਹ ਸੱਚਾ ਮਾਲਕ ਪਰਮਾਤਮਾ, ਉਹਦੀ ਸਲਾਹ ਨਾ ਕਰੀਏ, ਉਹਦੀ ਬੰਦਗੀ ਕਰੀਏ, ਉਹ ਸਾਰਾ ਕੁਛ ਕਰਨ ਦੇ ਯੋਗ ਹੈਗਾ। ਸਟਾਰਟਿੰਗ ਜਿਹੜਾ ਹੈਗਾ, ਛੰਤ ਜਿਹੜਾ ਸ਼ੁਰੂ ਹੋਇਆ ਸੀਗਾ, ਪ੍ਰਭ ਸੱਚੜਾ ਹਰ ਸਲਾਹੀਏ, ਕਾਰਜ ਸਭ ਕੁਛ ਕਰਨੇ ਯੋਗ। ਛੰਤ ਦੀ ਰੂਲ ਹੈ ਕਿ ਵਾਪਸ ਉਹੀ ਲਾਈਨ ਮੋੜਮਾ ਦੱਥਾ ਲੱਗਣਾ ਹੈ। ਸੱਚੜਾ ਪਿਰ ਸਲਾਹੀਏ, ਸਭ ਕੁਛ ਕਰਨੇ ਯੋਗ। ਸਭ ਕੁਛ ਕਰਨੇ ਜੋਗੋ। ਅੱਗੇ ਆ ਗਿਆ ਜੀ, ਸੱਚੜਾ ਸਾਹਿਬ ਸ਼ਬਦੇ ਪਛਾਣੀਏ, ਆਪੇ ਲਏ ਮਿਲਾਏ। ਹੁਣ ਜਿਨ੍ਹਾਂ ਦੇ ਅੰਦਰ ਸ਼ਬਦ ਪ੍ਰਗਟ ਹੀ ਨਹੀਂ ਹੈ, ਤੇ ਉਹ ਕਿਵੇਂ ਪਛਾਣ ਲੈਣਗੇ ਭਾਈ? ਸੱਚੜਾ ਸਾਹਿਬ ਸ਼ਬਦੇ ਪਛਾਣੀਏ, ਆਪੇ ਲਏ ਮਿਲਾਏ। ਔਰ ਇਹ ਜਿਹੜਾ ਹੈਗਾ, ਜਦ ਆਪਾਂ ਧਿਆਨ ਸਿਮਰਨ ਕਰਦੇ ਹਾਂ, ਆਪਣੇ ਵਿਚਾਰ ਬੰਦ ਕਰਦੇ ਹਾਂ, ਤੇ ਸ਼ਬਦ ਆਟੋਮੈਟਿਕਲੀ ਪ੍ਰਗਟ ਹੋਣਾ ਹੀ ਹੋਣਾ ਹੈ, ਲਾਜ਼ਮੀ ਪ੍ਰਗਟ ਹੋਣਾ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਆਪਣੀ ਸੁਰਤ ਨੇ ਉਹਨੂੰ ਸ਼ਬਦ ਨੂੰ ਫੜ ਕੇ ਔਰ ਨਿਕਲ ਜਾਣਾ ਹੈ ਇਹ ਵਿਚਾਰ ਮੰਡਲ ਤੋਂ ਬਾਹਰ। ਸੱਚੜਾ ਸਾਹਿਬ ਸ਼ਬਦੇ ਪਛਾਣੀਏ, ਆਪੇ ਲੈ ਮਿਲਾਏ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਆਪ ਮਿਲਾਉਂਦਾ ਹੈ, ਆਪ ਜਿਹੜਾ ਹੈਗਾ ਆਪਣਾ ਹੱਥ ਦਿੰਦਾ ਹੈ। ਸਾਧਨ ਫਿਰ ਕੈ ਰੰਗ ਰਤੀ, ਵਿੱਚੋਂ ਆਪ ਗਵਾਏ। ਇਸ ਤਰੀਕੇ ਦੇ ਨਾਲ ਉਹ ਜੀਵ ਇਸਤਰੀ ਜਿਹੜੀ ਹੈ, ਜਿਹੜਾ ਅਭਿਆਸੀ ਹੈਗਾ, ਉਹ ਪਰਮੇਸ਼ਰ ਦੇ ਰੰਗ ਦੇ ਵਿੱਚ ਹੌਲੀ ਹੌਲੀ ਰੰਗਿਆ ਜਾਂਦਾ ਹੈ, ਰਤਿਆ ਜਾਂਦਾ ਹੈ, ਔਰ ਉਹਦੀ ਹਉਮੈ ਜਿਹੜੀ ਹੈਗੀ ਨਿਕਲ ਜਾਂਦੀ ਹੈ। ਵਿੱਚੋਂ ਆਪ ਗਵਾਏ, ਮੈਂ ਮੇਰੀ ਹਉਮੈ ਉਹਦੀ ਨਿਕਲ ਜਾਂਦੀ। ਵਿੱਚੋਂ ਆਪ ਗਵਾਏ, ਫਿਰ ਕਾਲ ਨਾ ਖਾਏ। ਬਸ ਜੂਨਾਂ ਤੋਂ ਬਾਹਰ ਹੋ ਗਿਆ, ਕਹਿੰਦੇ ਫਿਰ ਤਾਂ ਕਾਲ ਖਾ ਹੀ ਨਹੀਂ ਸਕਦਾ ਉਹਨੂੰ। ਉਹਦਾ ਧਰਮਰਾਜ ਦੀ ਉਹਦੀ ਬਹੀ ਤੋਂ ਉਹਦਾ ਨੰਬਰ ਨਾਮ ਜਿਹੜਾ ਹੈਗਾ, ਉਹਦਾ ਖਾਤਾ ਖਤਮ ਹੋ ਜਾਂਦਾ। ਵਿੱਚੋਂ ਆਪ ਗਵਾਏ, ਫਿਰ ਕਾਲ ਨਾ ਖਾਏ। ਗੁਰਮੁਖ ਏਕੋ ਜਾਤਾ। ਸਾਰਾ ਕੁਛ ਕਿਵੇਂ ਹੁੰਦਾ ਹੈ? ਆ ਗੁਰਮੁਖ ਸਿਸਟਮ ਆ, ਆ ਗੁਰੂ ਹੈ, ਆ ਬ੍ਰਹਮ ਗਿਆਨ ਹੈਗਾ। ਇਹਦੇ ਨਾਲ ਜਿਹੜਾ ਹੈਗਾ ਇੱਕ ਮਾਲਕ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਹੈ। ਤਾਂ ਉਹ ਜਿਹੜਾ ਹੈਗਾ ਕਾਲ ਨਹੀਂ ਖਾਂਦਾ ਉਹਨੂੰ। ਕਾਮਣ ਇੱਛ ਪੁੰਨੀ, ਅੰਤਰ ਭਿੰਨੀ, ਮਿਲਿਆ ਜਗ ਜੀਵਨ ਦਾਤਾ। ਕਾਮਣ ਕਹਿੰਦੇ ਆ ਜਿਹੜੀ ਇਸ ਤਰ੍ਹਾਂ, ਕਾਮਣ ਕਹਿੰਦੇ ਆ ਜਿਹਨੇ ਆਪਣੇ ਪਤੀ ਪਰਮਾਤਮਾ ਨੂੰ ਲੁਭਾ ਲੈਣਾ ਹੈ, ਖੁਸ਼ ਕਰ ਲੈਣਾ ਹੈ, ਉਹਨੂੰ ਕਾਮਣ ਕਹਿੰਦੇ ਆ। ਇਸ ਤਰ੍ਹਾਂ ਜਿਹੜੇ ਹੈਗੇ, ਜਿਹੜਾ ਵੀ ਇਨਸਾਨ ਜਿਹੜਾ ਵੀ ਇਸ ਤਰ੍ਹਾਂ ਬੰਦਗੀ ਕਰਦਾ ਹੈ, ਉਹ ਕਾਮਣ, ਉਹ ਧਨ, ਉਹ ਜੀਵ ਇਸਤਰੀ ਮਾਲਕ ਪਰਮਾਤਮਾ ਨੂੰ ਖੁਸ਼ ਕਰ ਲੈਂਦੀ ਹੈ। ਕਾਮਣੇ ਇੱਛ ਪੁੰਨੀ, ਉਹਦੀ ਇੱਛਾ ਪੂਰੀ ਹੋ ਜਾਂਦੀ ਹੈ ਪਰਮਾਤਮਾ ਦੇ ਦਰਸ਼ਨਾਂ ਦੀ। ਅੰਤਰ ਭਿੰਨੀ, ਅੰਦਰ ਭਿੱਜ ਗਿਆ ਉਹਦਾ ਅੰਮ੍ਰਿਤ ਦੇ ਨਾਲ। ਉਹਦਾ ਅੰਮ੍ਰਿਤ, ਉਹਨੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰ ਲਿਆ, ਨਾਲੇ ਅੰਮ੍ਰਿਤ ਪੀ ਕੇ ਜਿਹੜਾ ਹੈਗਾ ਅਮਰ ਹੋ ਗਈ। ਕਾਮਣੇ ਇੱਛ ਪੁੰਨੀ, ਆ ਕਹਿੰਦੇ ਆ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਇਸ ਤਰ੍ਹਾਂ ਪ੍ਰਗਟ ਹੁੰਦਾ ਹੈ ਅੰਮ੍ਰਿਤ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਹੈਗੇ ਉੱਪਰ ਪੱਥਰ ਦਿੱਤੇ ਹੋਏ ਆ, ਇਹਨਾਂ ਨੂੰ ਹਟਾਉਣਾ ਹੈ। ਇਹ ਬਿੱਖ ਹੈਗਾ, ਬਿੱਖ ਛੇਦ ਰਸ ਪੀਜੇ। ਇਸ ਤਰ੍ਹਾਂ ਰਸ ਪੀਤਾ ਜਾਣਾ ਹੈ ਭਾਈ। ਜੇ ਆਪਾਂ ਜਿਹੜੇ ਹੈਗੇ ਦੂਸਰੇ ਦੇ ਨਾਲ ਹੀ ਉਲਝਦੇ ਰਹੇ, ਦੂਸਰੇ ਦੇ ਅਵਗੁਣ ਦੇਖਦੇ ਰਹੇ, ਬਸ ਫਿਰ ਕਾਹਦਾ ਰਸ ਪੀਣਾ ਆਪਾਂ। ਔਰ ਫਿਰ ਕੁਛ ਉਹ ਪੱਲੇ ਤਾਂ ਕੁਛ ਹੋਣਾ ਹੀ ਨਹੀਂ ਹੈ ਕਿ ਇੱਕ ਦਿਨ ਪੂਰਾ ਲੜ ਝਗੜ ਕੇ ਦੇਖ ਲਓ, ਫਿਰ ਸ਼ਾਮ ਨੂੰ ਲਿਖ ਕੇ ਦੇਖ ਲੈਣਾ ਵੀ ਕੀ ਰਿਜ਼ਲਟ ਆਇਆ। 10 ਦਿਨ ਹੋਰ ਜਿਹੜੇ ਹੈਗੇ ਵਿਚਾਰ ਤੁਹਾਡੇ ਜਿਹੜੇ ਹੈਗੇ, ਦੁੱਖ ਜਿਹੜਾ ਹੈਗਾ ਐਸਾ ਆਇਆ, 10 ਦਿਨ ਹੋਰ ਖਾ ਜਾਣਾ ਉਹਨੇ। ਬਾਰ ਫਿਰ ਆਪਾਂ ਫਿਰ ਕਿਉਂਕਿ ਇਹ ਭਾਵਨਾ ਹੈ, ਮਨ ਜਿਹੜਾ ਹੈਗਾ ਨਹੀਂ ਪਤੰਦਰ ਵਸ ਚਾਹੁੰਦਾ, ਫਿਰ ਭਾਵਨਾ ਆਉਂਦੀ ਹੈ। ਫਿਰ ਅਗਲੇ ਨੂੰ ਮੈਂ ਤਾਂ ਇਹਨੂੰ ਆਹ ਕਰਦਾ, ਇਸ ਤਰ੍ਹਾਂ ਬੁਲਾਨਾ ਕਿਹਾ ਇਹਨੇ, ਉਹਨੇ ਕਿਹਾ ਯਾਰ ਤੂੰ ਕਿਹੜਾ ਤੂੰ ਸਰੀਰ ਥੋੜ੍ਹੀ ਨਾ ਹੈਗਾ, ਤੇਰੇ ਸਰੀਰ ਨੂੰ ਕਿਹਾ ਹੈ ਤੂੰ ਸਰੀਰ ਹੈਗਾ ਹੈ। ਦੱਸ ਇਹ ਕਦ ਤੱਕ ਤੂੰ ਰਹਿਣਾ, ਕਿੰਨੀ ਕੁ ਦੇਰ ਤੱਕ ਤੇਰਾ ਸਰੀਰ ਇਸ ਤਰ੍ਹਾਂ ਰਹਿਣਾ? ਇਹਨੇ ਤਾਂ ਅੱਗ 'ਚ ਸਾੜ ਦੇਣਾ। ਉਹਨੇ ਤਾਂ ਅੱਗ 'ਚ ਸੜਨ ਵਾਲੀ ਲੱਕੜ ਨੂੰ ਕਿਹਾ ਹੈ, ਤੈਨੂੰ ਥੋੜ੍ਹੀ ਨਾ ਕਿਹਾ ਹੈ। ਉਹਨੇ ਤਾਂ ਅੱਗ 'ਚ ਸੜਨ ਵਾਲੀ ਲੱਕੜ ਨੂੰ ਕਿਹਾ ਹੈ। ਸੱਚੜਾ ਸਾਹਿਬ ਸ਼ਬਦ ਰੰਗ ਰਾਤੀ, ਜੋਬਨ ਮਾਤੀ, ਫਿਰ ਕਹਿ ਅੰਕ ਸਮਾਏ। ਆਪਾਂ ਸੀਗੇ ਕਾਮਣ ਇੱਛ ਪੁੰਨੀ, ਅੰਤਰ ਭਿੰਨੀ, ਮਿਲਿਆ ਜਗ ਜੀਵਨ ਦਾਤਾ। ਇਸ ਤਰ੍ਹਾਂ ਜਿਹੜੀ ਹੈਗੀ ਇੱਛਾ ਪੂਰੀ ਹੋ ਜਾਂਦੀ ਹੈ, ਜਿਹੜੀ ਕਾਮਣ ਬਣਦੀ ਹੈ, ਜਿਹੜੀ ਗੁਣ ਲੈਂਦੀ ਹੈ, ਜਿਹਦੀ ਰਹਿਤ ਮਰਿਆਦਾ ਐਸੀ ਹੁੰਦੀ ਹੈ, ਉਹਦਾ ਅੰਦਰ ਭਿੱਜ ਜਾਂਦਾ ਹੈ। ਇਹਦੇ ਨਾਲ ਅੰਦਰ ਭਿੱਜਣਾ ਲਾਜ਼ਮੀ ਹੈਗਾ, ਲਾਜ਼ਮੀ ਆਪਣਾ ਮੋਮ ਹੋਣਾ ਹੈ।
ਅੰਦਰ ਮੋਮ ਹੋਣਾ ਹੀ ਹੋਣਾ। ਫਿਰ ਮਿਲਿਆ ਜਗ ਜੀਵਨ ਦਾਤਾ। ਜਗ ਦਾ ਜੀਵਨ ਦਾਤਾ ਦੇਖੋ ਇੰਨਾ ਪਰਮਾਤਮਾ ਜਿਹਦਾ ਕਿ ਅੰਤ ਹੀ ਨਹੀਂ ਪਾਇਆ ਜਾ ਸਕਦਾ, ਜਿਹਦੇ ਅੰਦਰ ਸਾਰੀ ਸ੍ਰਿਸ਼ਟੀ, ਸਾਰੇ ਸੂਰਜ ਚੰਦ ਤਾਰੇ ਜਿਹੜੇ ਆ ਬਲੈਕ ਹੋਲ ਦੇ ਉਹਦੇ ਸੁੰਨ ਦੇ ਵਿੱਚ ਚਲੇ ਜਾਂਦੇ ਆ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਆਪਣੇ ਅੰਦਰ ਇਸ ਸਰੀਰ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਕਮਾਲ ਹੈ ਦੇਖੋ ਉਹਦੀ ਗੇਮ। ਐਸਾ ਇੰਜੀਨੀਅਰ ਦੇਖੋ ਹੈ ਕੋਈ। ਕਾਮਣੇ ਇਛ ਪੁੰਨੀ ਅੰਤਰ ਪਿੰਨੀ, ਮਿਲਿਆ ਜਗ ਜੀਵਨ ਦਾਤਾ। ਸ਼ਬਦ ਦੇ ਰੰਗ ਰਾਤੀ ਜੋਬਨ ਮਾਤੀ, ਫਿਰ ਕੇ ਅੰਕ ਸਮਾਏ। ਆਇਆ ਸ਼ਬਦ ਦੇ ਰੰਗ ਦੇ ਵਿੱਚ ਰੱਤੀ ਹੋਈ ਆ ਜੋਬਨ ਮਾਤੀ। ਇਹ ਜਿਹੜੇ ਬਜ਼ੁਰਗ ਬੁੱਢੇ ਹੈਗੇ ਉਹ ਵੀ ਜੋਬਨਵਾਨ ਹੈਗੇ ਭਾਈ, ਉਹ ਵੀ ਜੋਬਨਵਾਨ ਹੈ। ਜੇ ਐਸ ਆ ਰਹਿਤ ਮਰਿਆਦਾ ਉਹਨਾਂ ਦੀ ਹੈਗੀ ਤੇ ਭਾਈ ਸ਼ਬਦ ਦੇ ਰੰਗ ਰਾਤੀ ਜੋਬਨ ਮਾਤੀ, ਬਿਲਕੁਲ ਮੱਤੀ ਹੋਈ ਆ ਪਰਮਾਤਮਾ ਦੇ ਨਾਲ ਇੱਕ ਮਿਕ ਹੈਗੀ, ਉਹਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਹੈਗੀ। ਫਿਰ ਕੇ ਅੰਕ ਸਮਾਏ, ਪਰਮਾਤਮਾ ਦੇ ਅੰਕ ਦੇ ਵਿੱਚ, ਗੋਦੀ ਦੇ ਵਿੱਚ, ਮਾਲਕ ਦੇ ਗਲ ਦੇ ਨਾਲ ਲੱਗ ਜਾਂਦੀ ਹੈ। ਸੱਚੜਾ ਸਾਹਿਬ ਸ਼ਬਦੇ ਪਛਾਣੀਏ, ਆਪੇ ਲੈ ਮਿਲਾਏ। ਉਹ ਸੱਚਾ ਹੈਗਾ, ਹਮੇਸ਼ਾ ਰਹਿਣ ਵਾਲਾ ਹੈ। ਉਹ ਮਾਲਕ ਹੈਗਾ, ਸਾਹਿਬ ਹੈਗਾ, ਕੰਟਰੋਲਰ ਹੈਗਾ ਦੁਨੀਆ ਦਾ। ਸ਼ਬਦ ਦੇ ਦੁਆਰਾ ਹੀ ਉਹਨੂੰ ਪਛਾਣਿਆ ਜਾ ਸਕਦਾ ਹੈ। ਹੋਰ ਕੋਈ ਤਰੀਕਾ ਨਹੀਂ ਹੈ ਮਾਲਕ ਪਰਮਾਤਮਾ ਨੂੰ ਮਿਲਣ ਦਾ। ਆਪਣੇ ਅੰਦਰ ਵੜਨਾ ਪਊਗਾ, ਆਪਣੀ ਸੁਰਤ ਆਪਣੇ ਮਨ ਨੂੰ ਬਿੰਨਣਾ ਪਊਗਾ। ਇਹ ਕਾਲਕ ਜਿਹੜੀ ਲੱਗੀ ਹੈ ਇਹਨੂੰ ਲਾਉਣਾ ਪਊਗਾ, ਤਾਂ ਆਤਮਾ ਤੱਕ ਪਹੁੰਚਾਂਗੇ ਆਪਾਂ। ਤਾਂ ਸੁਰਤ ਜਿਹੜੀ ਹੈਗੀ ਆ ਦ੍ਰਿਸ਼ਟਾ ਤੇ ਦ੍ਰਿਸ਼ ਜਿਹੜੇ ਇੱਕ ਹੋ ਜਾਣਗੇ। ਸੱਚੜਾ ਸਾਹਿਬ ਸ਼ਬਦੇ ਪਛਾਣੀਏ, ਆਪੇ ਲੈ ਮਿਲਾਏ। ਜਿਨੀ ਆਪਣਾ ਔਰ ਮਿਲਾਉਣਾ ਮਾਲਕ ਨੇ, ਆਪ ਮਿਲਾਉਣਾ ਹੈ ਮਾਲਕ ਪਰਮਾਤਮਾ ਨੇ, ਆਪ ਪ੍ਰਗਟ ਹੋ ਜਾਂਦਾ ਹੈ ਮਾਲਕ ਪਰਮਾਤਮਾ। ਜਿਨੀ ਆਪਣਾ ਕੰਤ ਪਛਾਣਿਆ, ਹੋਂ ਤਿੰਨ ਪੁੱਛੋਂ ਸੰਤਾਂ ਜਾਏ। ਆ ਲਓ ਦੇਖ ਲਓ ਜਿਹੜੇ ਵਰਤ ਮਰਿਆਦਾ ਵਾਲੇ ਸੰਤ ਹੈਗੇ, ਜਿਨ੍ਹਾਂ ਨੇ ਯਾਤਰਾ ਕਰ ਲਈ ਆ, ਜਿਨ੍ਹਾਂ ਨੇ ਆਪਣੇ ਕੰਤ ਨੂੰ ਪਛਾਣ ਲਿਆ ਹੈ, ਆਪਣੇ ਮਾਲਕ ਪਰਮਾਤਮਾ ਨੂੰ ਪਛਾਣ ਲਿਆ ਹੈ। ਕਹਿੰਦੇ ਮੈਂ ਤਾਂ ਉਹਨਾਂ ਦੇ ਕੋਲੋਂ ਗਾਈਡੈਂਸ ਲਵਾਂ। ਆ ਸਾਰੇ ਜਿਹੜੇ ਆਪਾਂ ਗਿਆਨ ਲੈ ਰਹੇ ਹਾਂ, ਆ ਉਹਨਾਂ ਦਾ ਹੀ ਗਿਆਨ ਲੈ ਰਹੇ ਹਾਂ ਆਪਾਂ। ਜਿਨੀ ਆਪਣਾ ਕੰਤ ਪਛਾਣਿਆ, ਹਾਂ ਤਿੰਨ ਪੁੱਛੋਂ ਜਾਏ। ਹੁਣ ਇਹ ਕੰਤ ਦੇ ਤੱਤੇ ਨੂੰ ਔਂਕੜ ਲੱਗੀ ਹੋਈ ਆ। ਇਹ ਕੰਤ ਜਿਹੜੇ ਹੈਗੇ ਬਾਹਰੀ ਕੰਤ ਨਹੀਂ ਹੈਗੇ ਪਾਏ, ਇਹ ਕੰਤ ਉਹ ਮਾਲਕ ਪਰਮਾਤਮਾ ਹੈਗਾ। ਜਿਨੀ ਆਪਣਾ ਕੰਤ ਪਛਾਣਿਆ, ਹਾਂ ਤਿੰਨ ਪੁੱਛੋਂ ਸੰਤਾਂ ਜਾਏ। ਉਹ ਸੰਤਾਂ ਨੂੰ ਮੈਂ ਪੁੱਛਾਂ, ਉਹ ਸੰਤ ਹੈਗੇ, ਸਾਧੂ ਹੈਗੇ, ਗੁਰੂ ਹੈਗੇ, ਬ੍ਰਹਮ ਗਿਆਨੀ ਹੈਗੇ। ਆਪ ਛੋੜ ਸੇਵਾ ਕਰੀ, ਫਿਰ ਸੱਚੜਾ ਮਿਲੈ ਸਹਿਜ ਸੁਭਾਏ। ਬਸ ਕੀ ਐਡਵਾਈਸ ਦਿੱਤੀ, ਕੀ ਉਹਨਾਂ ਨੂੰ ਮਿਲਣ ਕਿ ਕੀ ਮਿਲਿਆ ਉਹਨਾਂ ਤੋਂ ਕੀ ਪੁੱਛਿਆ, ਉਹਨਾਂ ਨੇ ਕੀ ਜਵਾਬ ਦਿੱਤਾ। ਕਹਿੰਦੇ ਆਪਣੀ ਹਉਮੈ ਛੱਡ, ਤੂੰ ਸਰੀਰ ਨਹੀਂ ਹੈਗਾ। ਕਾਹਦੇ ਵਾਸਤੇ ਜਿਹੜਾ ਹੈਗਾ ਤੂੰ ਪੰਗੇ ਲਈ ਜਾ ਰਿਹਾ? ਕਿਉਂ ਸਵਾਸ ਆਪਣੇ ਜਿਹੜੇ ਹੈਗੇ ਸਾੜ ਰਿਹਾ ਹੈ? ਚੰਦਨ ਦੀਆਂ ਲੱਕੜਾਂ ਨੂੰ ਸੁਆਹ ਕਰਕੇ ਜਿਹੜਾ ਹੈਗਾ ਕੋਲੇ ਬਣਾ ਕੇ ਵੇਚ ਰਿਹਾ। ਇਹ ਚੰਦਨ ਲੈ ਨਾ, ਉਸ ਮਾਲਕ ਪਰਮਾਤਮਾ ਦੀ ਬੰਦਗੀ ਕਰ, ਸੇਵਾ ਕਰ, ਪਰਮ ਧਿਆਨ ਸਿਮਰਨ ਕਰ। ਆਇਆ ਚੰਦਨ ਲੈਣਾ। ਆਪ ਛੋੜ ਸੇਵਾ ਕਰੀ, ਫਿਰ ਸੱਚੜਾ ਮਿਲੇ ਸਹਿਜ ਸੁਭਾਏ। ਸਹਿਜ ਸੁਭਾਏ ਪਰਮਾਤਮਾ ਸੱਚੇ ਨੇ, ਪਰਮਾਤਮਾ ਨੇ ਤੇਰੇ ਅੰਦਰ ਪ੍ਰਗਟ ਹੋ ਜਾਣਾ ਹੈ। ਸਹਿਜ ਸੁਭਾਏ ਹੋਣਾ, ਇੱਕ ਦਿਨ 'ਚ ਪੜਾਕਾ ਨਹੀਂ ਪੈਣਾ, ਸਹਿਜ ਸੁਭਾਏ ਹੋ ਜਾਣਾ ਹੈ। ਫਿਰ ਸੱਚਾ ਮਿਲੇ ਆਏ, ਸਾਚ ਕਮਾਏ। ਸੱਚ ਨੂੰ ਕਮਾਉਣਾ ਪੈਣਾ, ਆਹੀ ਸੱਚ ਹੈ ਭਾਈ, ਇਹਦੀ ਕਮਾਈ ਕਰਨੀ ਪੈਣੀ ਹੈ। ਅਤੇ ਉਹ ਮਾਲਕ ਪਰਮਾਤਮਾ ਫਿਰ ਸੱਚਾ ਆ ਜਾਏਗਾ, ਮਿਲ ਲਏਗਾ। ਸਾਚ ਸ਼ਬਦੇ ਧਨ ਰਾਤੀ, ਉਹ ਸੱਚੇ ਸ਼ਬਦ ਦੇ ਨਾਲ ਜੀਵ ਇਸਤਰੀ ਜਿਹੜੀ ਰੱਤੀ ਜਾਂਦੀ ਹੈ, ਉਹ ਸ਼ਬਦ ਜਿਹਦੇ ਅੰਦਰ ਪ੍ਰਗਟ ਹੁੰਦਾ, ਜਿਹੜੇ ਧਿਆਨ ਸਿਮਰਨ ਆਪਣੇ ਵਿਚਾਰ ਜਿਹੜੇ ਲਹਿਰਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਬੰਦ ਕਰਦੀ ਹੈ। ਫਿਰ ਸੱਚਾ ਮਿਲਿਆ। ਧਿਆਨ ਕੀ ਹੈਗਾ? ਧਿਆਨ ਹੈਗਾ ਜਿਹੜੀਆਂ ਆਪਣੀਆਂ ਵਿਚਾਰ ਜਿਹੜੇ ਹੈਗੇ ਬੰਦ ਕਰਨੇ, ਉਹੀ ਧਿਆਨ ਹੈ। ਆਪਣੇ ਆਪ ਨੂੰ ਖਾਲੀ ਕਰ ਦੇਣਾ, ਉਹੀ ਧਿਆਨ ਹੈ। ਬਸ ਭਾਂਡਾ ਖਾਲੀ ਤਾਂ ਹੀ ਹੋਣਾ। ਜੇ ਵਿਚਾਰ ਹੈਗੇ ਇਹਦੇ ਵਿੱਚ, ਕਿਵੇਂ ਆਏਗਾ ਪਰਮਾਤਮਾ ਪਾਈ? ਕਿਵੇਂ ਆਏਗਾ ਦੱਸੋ? ਜਦ ਤੁਹਾਡਾ ਭਾਂਡਾ ਭਰਿਆ ਪਿਆ ਵਿਚਾਰਾਂ ਦੇ ਨਾਲ, ਅਤੇ ਫਿਰ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਆਏਗਾ ਅੰਦਰ? ਫਿਰ ਸੱਚਾ ਮਿਲੇ ਆਏ, ਸਾਚ ਕਮਾਏ। ਸਾਚ ਸ਼ਬਦੇ ਧਨ ਰਾਤੀ, ਕਦੇ ਨਾ ਰਾਂਡ ਸਦਾ ਸੁਹਾਗਣ। ਅੰਤਰ ਸਹਿਜ ਸਮਾਧੀ। ਆ ਲਓ, ਅੰਦਰ ਸਹਿਜ ਸਮਾਧੀ ਲੱਗਣੀ ਹੈ। ਸਹਿਜ ਸਮਾਧੀ ਦੇ ਵਿੱਚ ਜਾਣਾ ਹੈ ਆਪਾਂ ਨੇ। ਇਹ ਮਾਇਆ ਜਿਹੜੀ ਹੈਗੀ ਆ, ਇਹ ਵਿਚਾਰ ਹੈਗੇ, ਇਹ ਵਿਚਾਰ ਜਿਹੜੇ ਹੈਗੇ, ਜਦ ਮਾਇਆ ਜੇ ਵਿਚਾਰ ਬੰਦ ਹੋ ਗਏ
ਆਪਾਂ ਵਿਚਾਰਾਂ ਨੂੰ ਨਹੀਂ ਜਿਹੜਾ ਹੈਗਾ ਪ੍ਰਾਇਰਟੀ, ਵਿਚਾਰਾਂ ਨੂੰ ਜਿਹੜੀ ਹੈਗੀ ਕੋਈ ਉਹਨਾਂ ਨੂੰ ਬਿਲਕੁਲ ਉਹਨਾਂ ਦੀ ਸੁਣ ਹੀ ਨਹੀਂ ਰਹੇ, ਉਹਨਾਂ ਨੂੰ ਦੇਖ ਹੀ ਨਹੀਂ ਰਹੇ ਉਹਨਾਂ ਦੇ ਵੱਲ। ਉਹ ਪਤੰਗਾਂ ਦੇ ਨਾਲ ਆਪਣੀ ਸੁਰਤ ਦੀ ਡੋਰੀ ਆਪਾਂ ਜੋੜ ਹੀ ਨਹੀਂ ਰਹੇ ਅਤੇ ਆਟੋਮੈਟਿਕਲੀ ਉਹਨੇ ਡਰਾਪ ਹੋ ਜਾਣਾ। ਮਾਇਆ ਦਾ ਕੰਮ ਹੈਗਾ ਵਿਚਾਰ ਜਿਹੜੇ ਛੱਡਣੇ, ਮਾਇਆ ਨੇ ਛੱਡਣੇ, ਕਾਲ ਨੇ ਛੱਡਣੇ। ਇਹ ਪਰਮਾਤਮਾ ਨੇ ਐਸਾ ਸਿਸਟਮ ਬਣਾਇਆ ਆਪਣੇ ਅੰਦਰ, ਕਿਉਂਕਿ ਦੇਖੋ ਕਿਹੜਾ ਵਿਚਾਰ ਕਿਸ ਟਾਈਮ ਆਏਗਾ ਆਪਾਂ ਨੂੰ ਕੋਈ ਪਤਾ ਨਹੀਂ। ਇਹ ਆਪਾਂ ਨੇ ਆਪਣੇ ਵੱਸ 'ਚ ਥੋੜ੍ਹੀ ਨਾ ਹੈ। ਕੋਈ ਵੀ ਵਿਚਾਰ, ਕੋਈ ਜਿਹੜਾ ਵੀ ਹੁਣ ਆਪਾਂ ਬੈਠੇ ਹਾਂ, ਬੈਠੇ ਬੈਠੇ ਕੋਈ ਵਿਚਾਰ ਆ ਗਿਆ, ਕਿਵੇਂ ਆ ਗਿਆ ਭਾਈ? ਉਹਦੀ ਕੋਈ ਰੂਲ ਹੋਣਾ ਚਾਹੀਦਾ ਨਾ। ਉਹ ਵਿਚਾਰ ਆਹੀ ਵਿਚਾਰ ਕਿਉਂ ਆਇਆ, ਹੋਰ ਕਿਉਂ ਨਹੀਂ ਵਿਚਾਰ ਆਇਆ? ਹੋਰ ਤੀਸਰਾ ਚੌਥਾ ਵਿਚਾਰ ਹੋਰ ਅਲੱਗ ਵਿਚਾਰ ਕਿਉਂ ਨਹੀਂ ਆਇਆ? ਮੈਨੂੰ ਪੰਜਾਬ ਦਾ ਹੀ ਕਿਉਂ ਆਇਆ? ਮੈਨੂੰ ਜਿਹੜਾ ਹੈਗਾ ਇੱਥੇ ਦਾ ਕਿਉਂ ਨਹੀਂ ਆਇਆ? ਪਰਟੀਕੁਲਰਲੀ ਇਸ ਫੈਮਿਲੀ ਦਾ ਕਿਉਂ ਆਇਆ? ਇਸ ਬੰਦੇ ਦਾ ਹੀ ਕਿਉਂ ਆਇਆ? ਇਹ ਜਿਹੜਾ ਹੈਗਾ ਇਹੀ ਗੇਮ ਹੈਗੀ। ਇਹ ਵਿਚਾਰ ਪਾਉਣੇ ਕਾਲ ਦਾ ਕੰਮ ਹੈ, ਇਹ ਮਾਇਆ ਦਾ ਕੰਮ ਹੈ। ਉਹਦੇ ਕੋਲ ਆ ਚਾਰਜ ਹੈਗਾ, ਬਸ ਉਹਦੇ ਕੋਲੋਂ ਇਹ ਚਾਰਜ ਲੈਣਾ ਹੈ। ਜੇ ਆਪਾਂ ਵਿਚਾਰ ਉਹ ਜੋ ਪਾ ਰਹੀ ਹੈ ਵਿਚਾਰ, ਜੇ ਆਪਾਂ ਉਹਨੂੰ ਆਪਾਂ ਇੰਟਰਟੇਨ ਹੀ ਨਹੀਂ ਕਰ ਰਹੇ ਤਾਂ ਆਟੋਮੈਟਿਕਲੀ ਬੰਦ ਹੋ ਜਾਏਗੀ। ਉਹ ਬੰਦ ਹੋ ਗਈ ਅਤੇ ਰੱਬ ਵਾਲੇ ਪਾਸੇ ਚੱਲ ਪਾਂਗੇ ਆਪਾਂ। ਸੀਗੇ ਆਪਾਂ ਫਿਰ ਸੱਚਾ ਮਿਲੇ ਆਏ, ਸਾਚ ਕਮਾਏ, ਸਾਚ ਸ਼ਬਦੇ ਤਨ ਰਾਤੀ, ਕਦੇ ਨਾ ਰਾਂਡ ਸਦਾ ਸੁਹਾਗਣ, ਅੰਤਰ ਸਹਿਜ ਸਮਾਧੀ। ਅੰਦਰ ਵੜ ਗਏ ਆਪਣੇ ਪਾਏ, ਵਿਚਾਰ ਬੰਦ ਆ, ਕੋਈ ਵਿਚਾਰ ਹੀ ਨਹੀਂ ਹੈਗਾ ਅਤੇ ਬਸ ਦੇਖ ਲਓ ਸਹਿਜ ਸਮਾਧੀ ਲੱਗ ਗਈ ਉਹਦੀ। ਵਹੀ ਵਿਚਾਰ ਮੰਡਲ ਕ੍ਰਾਸ ਹੋ ਗਿਆ, ਸੁਨ ਮੰਡਲ ਦੇ ਵਿੱਚ ਚਲੀ ਗਈ, ਬਸ ਉੱਥੇ ਬੈਠੀ ਹੈ। ਆਟੋਮੈਟਿਕਲੀ ਉਹ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਅੰਮ੍ਰਿਤ ਵੀ ਆ ਜਾਣਾ ਹੈ, ਮਾਲਕ ਵੀ ਆ ਜਾਣਾ। ਬਸ ਆਹੀ ਭਗਤੀ ਹੈਗੀ ਭਾਈ, ਆਹੀ ਭਗਤੀ ਹੈ। ਬਸ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਥਿਰ ਕਰਕੇ ਬੈਠਣਾ ਹੈ ਭਾਈ। ਫਿਰ ਰਹਾ ਪਰ ਪੂਰੇ, ਵੇਖ ਅਧੂਰੇ, ਰੰਗ ਮਾਣੇ ਸਹਿਜ ਸੁਭਾਏ। ਬਸ ਉਹ ਤਾਂ ਫਿਰ ਪਰਮਾਤਮਾ, ਉਹ ਸਾਰੇ ਸੰਸਾਰ, ਸਾਰੇ ਦੁਨੀਆ ਦੇ ਵਿੱਚ ਮਾਲਕ ਪਰਮਾਤਮਾ ਭਰਪੂਰ ਹੈਗਾ, ਉਹਨੂੰ ਦਿਸਦਾ ਹੈ, ਉਹਦੀ ਹਜ਼ੂਰੀ ਦੇ ਵਿੱਚ ਹੈ। ਵੇਖ ਅਧੂਰੇ, ਰੰਗ ਮਾਣੇ ਸਹਿਜ ਸੁਭਾਏ। ਆਹ ਰੰਗ ਮਾਣਨੇ ਆ ਭਾਈ ਮਾਲਕ ਪਤੀ ਦੇ ਨਾਲ ਆਪਣੇ ਜਿਹੜੇ ਹੈਗੇ ਆ। ਸਹਿਜ ਸੁਭਾਏ, ਸਹਿਜ ਅਵਸਥਾ ਦੇ ਵਿੱਚ ਚੌਥੇ ਪਦ ਦੇ ਵਿੱਚ, ਜਿਨੀ ਆਪਣਾ ਕੰਤ ਪਛਾਣਿਆ, ਹੋਂ ਤਿੰਨ ਪੁੱਛੋਂ ਸੰਤਾਂ ਜਾਏ। ਐਡਵਾਈਸ ਲੈਣੀ ਆ ਅਤੇ ਉਹਨਾਂ ਸੰਤਾਂ ਤੋਂ ਜਿਨ੍ਹਾਂ ਨੇ ਯਾਤਰਾ ਕਰ ਲਈ ਆ ਭਾਈ, ਜਿਨ੍ਹਾਂ ਨੇ ਪ੍ਰੈਕਟੀਕਲ ਕਰ ਲਿਆ ਹੈ, ਉਹਨਾਂ ਸੰਤਾਂ ਨੂੰ ਜਿਹੜਾ ਹੈਗਾ, ਉਹਨਾਂ ਬ੍ਰਹਮ ਗਿਆਨੀਆਂ ਤੋਂ ਮੈਂ ਗਾਈਡੈਂਸ ਲਵਾਂ। ਪਿਰੋਂ ਵਿਛੁਨੀਆਂ ਭੀ ਮਿਲੈ, ਜੇ ਸਤਿਗੁਰ ਲਾਗੇ ਸਾਚੇ ਪਾਏ। ਜੇ ਉਹਨਾਂ ਨੂੰ ਮਿਲ ਗਏ ਗਾਈਡ ਬ੍ਰਹਮ ਗਿਆਨੀ ਸਤਿਗੁਰੂ, ਜੇ ਉਹਨਾਂ ਦੇ ਪੈਰਾਂ 'ਤੇ ਡਿੱਗੀ, ਸਾਚੇ ਲਾਗੇ ਪਾਏ ਦਾ ਮਤਲਬ ਕੀ ਆ ਬਈ ਆਪਣੀ ਮੱਤ ਛੱਡ ਦਿੱਤੀ, ਉਹਨਾਂ ਦੀ ਮੱਤ ਲੈਣ ਦੇ ਵਾਸਤੇ, ਉਹਨਾਂ ਤੋਂ ਗਾਈਡੈਂਸ। ਪਿਰੋਂ ਵਿਛੁਨੀਆਂ, ਪਰਮਾਤਮਾ ਤੋਂ ਵਿਛੜੀਆਂ ਹੋਈਆਂ ਕੋਈ ਵੀ ਮਨੁੱਖੀ ਜੂਨ ਦੇ ਵਿੱਚ ਹੈਗੀ, ਉਹ ਵੀ ਮਿਲ ਸਕਦੀ ਹੈ ਭਾਈ। ਪਿਰੋਂ ਵਿਛੁਨੀਆਂ ਭੀ ਮਿਲੈ, ਜੇ ਸਤਿਗੁਰ ਲਾਗੇ ਸਾਚੇ ਪਾਏ। ਸਤਿਗੁਰ ਸਦਾ ਦਿਆਲ ਹੈ, ਅਵਗੁਣ ਸ਼ਬਦੇ ਜਲਾਏ। ਸਤਿਗੁਰੂ ਦਿਆਲ ਹੈ, ਸਤਿਗੁਰੂ ਹਮੇਸ਼ਾ ਦਿਆਲ ਹੈ। ਗੁਰੂ ਦਾ ਹਰੇ ਜਿਹੜਾ ਵੀ ਆਊਗਾ ਗੁਰੂ ਦੇ ਕੋਲ, ਭਾਵੇਂ ਦੁਸ਼ਮਣ ਕਾਇ ਜੇਜ ਆ, ਉਹਨਾਂ ਦਾ ਬ੍ਰਹਮ ਗਿਆਨਾਂ ਦਾ ਕੋਈ ਦੁਸ਼ਮਣ ਹੁੰਦਾ ਹੀ ਨਹੀਂ ਹੈ। ਪਰ ਉਹ ਜਿਹੜਾ ਹੈਗਾ ਦੁਸ਼ਮਣ ਸਮਝਦੇ ਆ, ਜਿਹੜੇ ਉਹ ਵੀ ਆ ਜਾਣਗੇ ਅਤੇ ਉਹਨਾਂ ਨੂੰ ਵੀ ਭਾਈ ਦਿਆਲ ਹੈ ਗੁਰੂ। ਤਾਂ ਬ੍ਰਹਮ ਗਿਆਨੀ ਉਹਨਾਂ 'ਤੇ ਵੀ ਦਿਆਲ ਹੈਗੇ, ਉਹਨਾਂ ਦੇ ਵੀ ਅਵਗੁਣ ਜਿਹੜੇ ਹੈਗੇ ਸ਼ਬਦ ਦੇ ਨਾਲ ਸੜ ਜਾਣੇ ਆ। ਅਵਗੁਣ ਸ਼ਬਦੇ ਜਲਾਏ। ਇਹ ਧਿਆਨ ਸਿਮਰਨ ਕਰਾਂਗੇ ਇਹ, ਔਰ ਜਿਹੜਾ ਹੈ ਗਿਆਨ ਲਵਾਂਗੇ ਗੁਰੂ ਦਾ। ਆਹ ਗਿਆਨ ਜੋ ਦੇ ਰਿਹਾ ਹੈ, ਆਹ ਰਹਿਤ ਮਰਿਆਦਾ ਰੱਖਾਂਗੇ ਅਤੇ ਆਟੋਮੈਟਿਕਲੀ ਅਵਗੁਣ ਖਤਮ ਹੋ ਜਾਣੇ। ਆਹ ਗੇਮ ਹੀ ਇਹੀ ਹੈਗੀ। ਆਪਣੇ ਆਪ ਨੂੰ ਜਿਹੜਾ ਹੈਗਾ ਆਪਾਂ ਨੇ ਆਹ ਜਿਹੜੀ ਮਹਿਲ ਲੱਗੀ ਹੋਈ ਆ, ਜਨਮਾਂ ਦੀ ਅਵਗੁਣਾਂ ਦੇ ਵਿੱਚ ਗਤੀ ਕਰ ਰਹੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ, ਇਸ ਮਹਿਲ ਨੂੰ ਲਾਉਣਾ ਹੈ। ਇਸ ਤਰੀਕੇ ਦੇ ਨਾਲ ਸ਼ਬਦ ਦੇ ਦੁਆਰਾ ਜਿਹੜੀ ਇਹ ਮਹਿਲ ਲੈਣੀ ਹੈ। ਅਵਗੁਣ ਸ਼ਬਦ ਜਲਾਏ, ਦੂਜਾ ਭਾਵ ਗਵਾਏ, ਸੱਚੇ ਹੀ ਸੱਚ ਰਾਤੀ। ਸ਼ਬਦ ਦੇ ਨਾਲ ਜਿਹਨੇ ਅਵਗੁਣ ਸਾੜ ਦਿੱਤੇ, ਉਹਦਾ ਦੂਜਾ ਭਾਵ ਖਤਮ ਹੋ ਗਿਆ, ਉਹਨੂੰ ਕੋਈ ਦੂਸਰਾ ਨਜ਼ਰ ਹੀ ਨਹੀਂ ਆਉਂਦਾ। ਸੱਚੇ ਦੇ ਨਾਲ, ਸੱਚੇ ਮਾਲਕ ਪਰਮਾਤਮਾ ਦੇ ਵਿੱਚ ਸੱਚ ਦੇ ਦੁਆਰਾ ਰਤੀ ਗਈ। ਸੱਚੇ ਹੀ ਸੱਚੇ ਰਾਤੀ, ਸੱਚੇ ਦੀ ਸਿਆਰੀ ਹੈਗੀ। ਉਹ ਸੱਚੇ ਦੇ ਨਾਲ, ਸੱਚ ਦੇ ਨਾਲ, ਰਹਿਤ ਮਰਿਆਦਾ ਰੱਖਣ ਦੇ ਨਾਲ, ਧਿਆਨ ਸਿਮਰਨ ਦੇ ਨਾਲ, ਉਹਦੇ ਨਾਮ ਦੇ ਨਾਲ ਜਿਹੜੀ ਹੈਗੀ ਉਹ ਰਤੀ ਗਈ।
ਸੱਚੇ ਸ਼ਬਦੇ ਸਦਾ ਸੁਖ ਪਾਇਆ। ਔਰ ਇਸ ਤਰ੍ਹਾਂ ਜਿਹੜੀ ਹੈਗੀ ਆ ਸ਼ਬਦ ਅਭਿਆਸ ਜਿਹਨੂੰ ਕਹਿੰਦੇ ਆ, ਉਹਦੇ ਨਾਲ ਉਹਨੇ ਹਮੇਸ਼ਾ ਵਾਸਤੇ ਸੁਖੀ ਹੋ ਜਾਂਦੀ ਹੈ। ਸਦਾ ਸੁਖ ਪਾਇਆ, ਹਮੇਸ਼ਾ ਵਾਸਤੇ ਮਾਲਕ ਪਰਮਾਤਮਾ ਦਾ ਸਾਥ ਮਿਲ ਜਾਂਦਾ। ਆ ਸ਼ਬਦ ਹੈਗਾ ਪਾਏ, ਇਹੀ ਲਿੰਕ ਹੈ ਸ਼ਬਦ ਦੇ ਦੁਆਰਾ ਹੀ ਜਿਹੜਾ ਹੈਗਾ ਇਹ ਸ਼ਬਦ ਜਿਹੜਾ ਹੈਗਾ ਪ੍ਰਗਟ ਕਰਨਾ ਪਊਗਾ। ਇਹਦੇ ਬਗੈਰ ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ ਜਿਹੜਾ ਮਰਜ਼ੀ ਹੋਏ ਭਾਈ ਸੁਣਨ ਦੇ ਵਿੱਚ ਬੈਠੂਗਾ, ਉਸ ਦੇ ਅੱਗੇ ਕਿੱਧਰੋਂ ਮਰਜ਼ੀ ਆਏ, ਉਹਨੇ ਕਿਹੜੀ ਮਰਜ਼ੀ ਗਿਆਨ ਲਿਆ ਹੋਵੇ, ਉਹਨਾਂ ਦਾ ਜਿਹੜਾ ਧਿਆਨ ਸਿਮਰਨ ਕਰਦਾ ਹੈ ਬਸ ਯਾਤਰਾ ਇੱਕੋ ਹੀ ਹੈਗੀ। ਸਾਰਿਆਂ ਨੂੰ ਆਹੀ ਸਾਰਾ ਕੁਛ ਹਰੇਕ ਨੂੰ ਕਰਨਾ ਪੈਂਦਾ। ਸੱਚੇ ਸ਼ਬਦੇ ਸਦਾ ਸੁਖ ਪਾਇਆ, ਹਉਮੈ ਗਈ ਭਰਾਤੀ। ਉਹਦੀ ਹਉਮੈ ਭਰਾਂਤ ਜਿਹੜੀ ਹੈ ਭਟਕਣਾ, ਜੋ ਭਰਮ ਸੀਗਾ, ਜੋ ਧੋਖਾ ਸੀਗਾ, ਉਹ ਖਤਮ ਹੋ ਗਿਆ। ਫਿਰ ਨਿਰਮਾਇਲ ਸਦਾ ਸੁਖ ਦਾਤਾ, ਨਾਨਕ ਸ਼ਬਦੇ ਮਿਲਾਏ। ਨਿਰਮਾਇਲ ਕਹਿੰਦੇ ਨਿਰਮਲ ਕਰਨ ਵਾਲਾ। ਇੱਕ ਨਿਰਮਲ ਹੁੰਦਾ, ਇੱਕ ਨਿਰਮਾਇਲ ਹੁੰਦਾ। ਕਹਿੰਦੇ ਉਹ ਪਰਮਾਤਮਾ ਨਿਰਮਾਇਲ ਹੈਗਾ। ਫਿਰ ਨਿਰਮਾਇਲ ਸਦਾ ਸੁਖ ਦਾਤਾ, ਹਮੇਸ਼ਾ ਹੀ ਸੁਖ ਦੇਣ ਵਾਲਾ ਹੈ, ਸੁੱਖਾਂ ਦਾ ਦਾਤਾ ਹੈਗਾ ਉਹ ਮਾਲਕ ਪਰਮਾਤਮਾ। ਫਿਰ ਨਿਰਮਾਇਲ ਸਦਾ ਸੁਖ ਦਾਤਾ, ਨਾਨਕ ਸ਼ਬਦੇ ਮਿਲਾਏ। ਫਿਰ ਦੇਖੋ ਬਾਰ ਬਾਰ ਕਹਿ ਰਹੇ ਪਾਏ ਸ਼ਬਦ ਦੱਦੇ ਦੀ ਸਿਆਰੀ ਹੈ। ਇਸੇ ਤਰੀਕੇ ਦੇ ਨਾਲ ਆਹੀ ਧਿਆਨ ਸਿਮਰਨ ਦੇ ਦੁਆਰਾ, ਉਸ ਸ਼ਬਦ ਨੂੰ ਪ੍ਰਗਟ ਕਰਨ ਦੇ ਦੁਆਰਾ, ਵਿਚਾਰ ਬੰਦ ਕਰਨ ਦੇ ਦੁਆਰਾ, ਸੁਣਨ ਦੇ ਵਿੱਚ ਬੈਠਣ ਦੇ ਦੁਆਰਾ ਉਹ ਮਾਲਕ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ। ਪਿਰੋ ਵਿਛੋਨੀਆਂ ਪੀ ਮਿਲੈ, ਜੇ ਸਤਿਗੁਰ ਲਾਗੇ ਸਾਚੇ ਪਾਏ। ਪਿਰੋਂ ਵਿਛੋਨੀਆਂ ਪੀ ਮਿਲੈ, ਕਹਿੰਦੇ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਭਾਵੇਂ ਕਿੰਨੇ ਜਨਮਾਂ ਦਾ ਵਿਛੜੀਆਂ ਮਨੁੱਖੀ ਜੀਵਨ ਦੇ ਵਿੱਚ ਹੈਗੀਆਂ, ਜੇ ਸਤਿਗੁਰੂ ਦੇ ਪੈਰ ਫੜ ਲਏ, ਜੇ ਗਿਆਨ ਇਸ ਗਿਆਨ ਦੇ ਅਨੁਸਾਰ ਚੱਲ ਪਈਆਂ, ਜੇ ਜਿਹੜਾ ਹੈਗਾ ਉਹ ਸੰਤਾਂ ਦੇ ਸਾਧੂਆਂ ਦੀ ਜਿਹੜੀ ਹੈਗੀ ਉਹਨਾਂ ਤੋਂ ਜਿਹੜੀ ਰਹਿਤ ਮਰਿਆਦਾ ਦੇ ਰਹੇ ਆ, ਜੋ ਨਿਯਮ ਦੱਸ ਰਹੇ ਆ, ਜੋ ਆਪਾਂ ਨੂੰ ਜਿਸ ਤਰ੍ਹਾਂ ਜਿਹੜੇ ਹੈਗੇ ਸਿੱਖਿਆ ਦੇ ਰਹੇ ਆ, ਜੇ ਉਸ ਸਿੱਖਿਆ ਨੂੰ ਆਪਾਂ ਨੇ ਗ੍ਰਹਿਣ ਕਰ ਲਿਆ ਤੇ ਆਪਾਂ ਜਿਹੜੇ ਹੈਗੇ ਆ ਇਹ ਗੇਮ 'ਚੋਂ ਨਿਕਲ ਜਾਵਾਂਗੇ ਭਾਈ। ਔਰ ਪਰਮਾਤਮਾ ਆਪਾਂ ਆਪਣੇ ਅੰਦਰ ਵੀ ਉਹ ਮਾਲਕ ਪਰਮਾਤਮਾ ਪ੍ਰਗਟ ਹੋ ਜਾਏਗਾ। ਆ ਜੀ ਇੱਕ ਕੋਈ ਹੋਇਆ ਜੀ ਇੱਕ ਜਿਹੜਾ ਹੈਗਾ ਤੀਸਰੀ ਪਾਤਸ਼ਾਹੀ ਦਾ ਇਹ ਛੰਤ ਹੈਗੇ ਆ, ਔਰ ਇਹ ਆਪਾਂ ਨੂੰ ਜਿਹੜੇ ਨਹੀਂ ਵੀਰ ਜੀ ਸਮਾਂ ਹੋ ਗਿਆ ਜੀ ਤੇ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸੁਖਵਿੰਦਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ